हाँ जी बेटा, कल जो लास्ट टॉपिक कर रहे थे टॉपिक से अपने को मूविंग कॉइल गैल्वेनोमीटर। मूविंग कॉइल गैल्वेनोमीटर के अंदर आप डिफाइन इहदी प्रिंसीपल जो कल तक कीता सीगा मेन इहदे विच आपां इहदा एक प्रिंसीपल एक्सप्लेन कीता सी पुत्त। सैकेंड इहदी कंस्ट्रक्शन सारी एक्सप्लेन कीती सीगी ते थर्ड वर्किंग शुरू कीती सीगी ते वर्किंग वाले वर्ड तो ही दोबारा शुरू करन लग्या ਆਪਾਂ ਨੈਕਸਟ ਇਹਦੇ ਚ ਲੈਣ ਲੱਗੇ ਕੰਸਟਰਕਸ਼ਨ ਤੋਂ ਬਾਅਦ ਵਰਕਿੰਗ ਦੇ ਅੰਦਰ ਇਹ ਸੀਗਾ ਕਹਿੰਦਾ ਜੀ ਇੱਕ ਲਾਈਨ ਇੰਪੋਰਟੈਂਟ ਜਿਹੜੀ ਪਿਛਲੇ ਟੌਪਿਕ ਚ ਲਿੱਤੀ ਕਿ ਕਦੋਂ ਜਦੋਂ ਵੀ ਇੱਕ ਰੈਕਟੈਂਗੂਲਰ ਕਰੰਟ ਕੈਰਿੰਗ ਕੋਇਲ ਨੂੰ ਤੁਸੀਂ ਮੈਗਨੈਟਿਕ ਫੀਲਡ ਦੇ ਇਨਫਲੂਐਂਸ ਲੈ ਕੇ ਆਉਂਦੇ ਹੋ ਤੇ ਹਮੇਸ਼ਾ ਤੁਹਾਡੀ ਕੋਇਲ ਜਿਹੜੀ ਆ ਉਹ ਆਪਣੀ ਪੋਜੀਸ਼ਨ ਤੋਂ ਡਿਫਲੈਕਟ ਹੋ ਜਾਂਦੀ ਹੈ ਤੇ ਜਦੋਂ ਕੋਇਲ ਆਪਣੀ ਪੋਜੀਸ਼ਨ ਤੋਂ ਡਿਫਲੈਕਟ ਹੁੰਦੀ ਤਾਂ ਅਸੀਂ ਕਹਿੰਦੇ ਜੀ ਕੋਇਲ ਦੇ ਉੱਤੇ ਟਰਨਿੰਗ ਇਫੈਕਟ ਪ੍ਰੋਡਿਊਸ ਹੋ ਰਿਹਾ। इट मीनस कॉइल दे अक्रॉस जिहड़ा वो टॉर्क बिल्ट अप हो रहा। ठीक है, तो हुण ओही बेस दे उत्ते जे गल कंटिन्यू करा बेटा ते आपां ये कह रहे हैं कि जदों इस कॉइल चों करंट पास करांगे जदों इस कॉइल चों करंट पास करांगे ते करंट पास होने करके इस रेक्टेंगुलर कॉइल दी हर आर्म ते फोर्स लगेगी एंड ड्यू टू दैट फोर्स दिस कॉइल विल कहंदा जी प्रोड्यूस अ डिफ्लेक्शन। ਇਹਦਾ ਮਤਲਬ ਜਦੋਂ ਕਰੰਟ ਪਾਸ ਨਹੀਂ ਕੀਤਾ ਉਦੋਂ ਕੋਇਲ ਦੀ ਜਿਹੜੀ ਇਕੁਇਲਿਬ੍ਰੀਅਮ ਪੋਜੀਸ਼ਨ ਆ ਉਸ ਵੇਲੇ ਕੋਇਲ ਰੈਸਟ ਦੀ ਸਟੇਟ 'ਚ ਆ ਔਰ ਜਦੋਂ ਕੋਇਲ 'ਚ ਕਰੰਟ ਪਾਸ ਹੋਇਆ ਤੇ ਕੋਇਲ ਆਪਣੀ ਥਾਂ ਤੋਂ ਡਿਫਲੈਕਟ ਹੋਈ ਤੁਸੀਂ ਕਹਿੰਦੇ ਜੀ ਕੋਇਲ ਦੇ ਉੱਤੇ ਇੱਕ ਡਿਫਲੈਕਟਿੰਗ ਟਾਰਕ ਲੱਗਿਆ ਤੇ ਦੂਜੇ ਪਾਸੇ ਕਹਿੰਦਾ ਜੀ ਕੀ ਹੋਏਗਾ ਜਦੋਂ ਕੋਇਲ 'ਚ ਡਿਫਲੈਕਟਿੰਗ ਟਾਰਕ ਲੱਗਿਆ ਤੇ ਕੋਇਲ ਦੇ ਅੰਦਰ ਆ ਚੀਜ਼ ਕੱਲ ਦੱਸੀ ਸੀਗੀ बेसिकली इस तरह आ इहदी जीरो पोजीशन आ इहदियां दो मेरे को मान लो एक्सट्रीम पोजीशंस ने। ठीक है, मतलब इहदा यह है कि करंट दी डायरेक्शन दे अकॉर्डिंगली कॉइल ने मेरे को क्लॉकवाइज या एंटी क्लॉकवाइज डिफ्लेक्ट करना मीन उन्हें मेरे को टुवर्ड्स द राइट या टुवर्ड्स द लेफ्ट साइड जाना बेटा। कहना जदों कॉइल अपनी पोजीशन तो डिफ्लेक्ट हुंदी है असं कहने जी कॉइल इस पोजीशन तो डिफ्लेक्ट होकर ते 5 एंपीयर वाल गई ਇਹਦਾ ਮਤਲਬ ਆ ਉਦੋਂ ਕੋਇਲ ਤੇ ਡਿਫਲੈਕਟਿੰਗ ਟਾਰਕ ਲੱਗਿਆ। ਦੂਜੇ ਪਾਸੇ ਸਾਨੂੰ ਪਤਾ ਕਿ ਵੀ ਪੁਆਇੰਟਰ ਇੱਥੇ 5 ਐਂਪੀਅਰ ਤੇ ਰੁਕ ਨਹੀਂ ਜਾਂਦਾ। ਠੀਕ ਹੈ, 5 ਐਂਪੀਅਰ ਦੀ ਰੀਡਿੰਗ ਦੇਣ ਤੋਂ ਬਾਅਦ ਪੁਆਇੰਟਰ ਵਿਲ ਕਮ ਬੈਕ ਟੂ ਦਾ ओरिजिनल ਜ਼ੀਰੋ ਪੋਜੀਸ਼ਨ। ਅਸੀਂ ਕਹਿੰਨੇ ਇਹਦਾ ਮਤਲਬ ਕੋਇਲ ਦੇ ਉੱਤੇ ਦੋ ਤਰ੍ਹਾਂ ਦੇ ਟਾਰਕ ਲਾਈ ਕਰਦੇ ਬੇਟਾ। ਇੱਕ ਟਾਰਕ ਕੋਇਲ ਨੂੰ ਉਹਦੀ ਪੋਜੀਸ਼ਨ ਤੋਂ ਡਿਫਲੈਕਟ ਕਰਾਂਦਾ ਤੇ ਦੂਜਾ ਟਾਰਕ ਉਹਨੂੰ ਉਹਦੀ ओरिजिनल ਪੋਜੀਸ਼ਨ ਤੇ ਵਾਪਸ ਲੈ ਕੇ ਆਂਦਾ। ਹੁਣ ਇੱਥੇ ਦੋਨੋਂ ਟਾਰਕ ਕਿਦਾਂ ਦੱਸਦੀ ਤੇ ਉਹ ਚ ਅਸੀਂ ਇਹ ਕਹਿ ਰਹੇ ਕਿ ਜਦੋਂ ਇਸ ਕੋਇਲ ਚੋਂ ਕਰੰਟ ਪਾਸ ਹੋਇਆ ਤੇ ਕੋਇਲ ਤੇ ਡਿਫਲੈਕਟਿੰਗ ਟਾਰਕ ਲੱਗਿਆ। ਡਿਫਲੈਕਟਿੰਗ ਟਾਰਕ ਦੀ ਵੈਲਿਊ ਕਿੰਨੀ ਆ we know that deflecting torque acting on the coil is given by इन्हों से लिख देने tau d equal to NIAB into sin alpha। पढ़िया सी फॉर्मूला पा यस सर यस सर। फिर अगली गल ये कही सीगी पुੱਤ कि भी ਆਪਾਂ ਇਹਦੇ ਵਿੱਚ ਪਿਛਲੇ ਟੌਪਿਕ 'ਚ ਇੱਕ ਵਰਡ ਯੂਜ਼ ਕੀਤਾ ਸੀਗਾ ਕਿ ਜਿਹੜਾ ਇੱਥੇ ਮੈਗਨੈਟਿਕ ਫੀਲਡ ਅਪਲਾਈ ਕਰਨਾ ਨਾ ਉਹ ਟਾਰਕ ਮੈਕਸਿਮਮ ਬਣਾ ਪਾਵੇ ਉਹਦੇ ਲਈ ਇੱਕ ਵਰਡ ਸੀਗਾ ਕਿ ਵੀ ਜਿਹੜਾ ਆਪਣਾ ਮੈਗਨੈਟਿਕ ਫੀਲਡ ਆ ਉਹ ਰੇਡੀਅਲ ਹੋਵੇ। ਰੇਡੀਅਲ ਮੈਗਨੈਟਿਕ ਫੀਲਡ ਦਾ ਮੈਂ ਐਗਜ਼ਾਮਪਲ ਅੱਗੇ ਵੀ ਬਣਾਇਆ ਸੀ ਫਿਰ ਇੱਕ ਵਾਰੀ ਦੁਬਾਰਾ ਦੱਸ ਰਿਹਾ। ਜਿੱਦਾਂ ਹੁਣ ਮੰਨ ਲਓ ਆ ਮੇਰੇ ਕੋਲ ਕਹਿੰਦਾ ਜੀ ਐਸ ਸੱਚ ਮੈਗਨੈਟਿਕ ਪੋਲ ਪੀਸਿਸ ਗਿਵਨ ਆ ਇਹਦੇ ਅਕ੍ਰੋਸ ਜਿਹੜੀ ਮੇਰੇ ਕੋਲ ਇੱਥੇ ਸਿਲੈਂਡਰੀਕਲ ਕੋਰ ਹੋ ਸਕਦੀ ਆ। ਆ ਜਿਹੜਾ ਮੈਂ ਸੌਫਟ ਆਇਰਨ ਦਾ ਮਟੀਰੀਅਲ ਰੱਖਿਆ ਇਹਦੇ ਅਰਾਊਂਡ ਜਿਹੜੀ ਆ ਕੋਰ ਆ ਜਿੱਤੇ ਸਾਰੀ ਕੋਇਲ ਰੈਪ ਆ ਹਨਾ ਇਹ ਮੇਰੇ ਕੋਲ ਐਸ ਸੱਚ ਰੈਕਟੈਂਗੂਲਰ ਵਾ ਇਸੇ ਤਰ੍ਹਾਂ ਸਫੈਰਿਕਲ ਹੋ ਸਕਦੀ ਹੈ। ਠੀਕ ਹੈ, ਉਹ ਕਹਿੰਦਾ ਵੀ ਜਦੋਂ ਹੁਣ ਮੰਨ ਲਓ ਆ ਸਫੈਰਿਕਲ ਕੋਰ ਆ ਇਹ ਅਸੀਂ ਤਾਂ ਦਿਖਾ ਰਹੇ ਕਿਉਂਕਿ ਇਹਦੀ ਐਡਵਾਂਟੇਜ ਹੈ ਕਿ ਰੇਡੀਅਲ ਵਰਡ ਨੂੰ ਥੋੜਾ ਜ਼ਿਆਦਾ ਬੈਟਰ ਕਲੀਅਰ ਕਰ ਲਾਂਗੇ। ਠੀਕ ਆ, ਇਸ ਮੂਵਮੈਂਟ ਤੇ ਜੇ ਮੈਕਸਿਮਮ ਮੈਗਨੈਟਿਕ ਫੀਲਡ ਲਾਈਨ ਜਿਹੜੀਆਂ ਨੇ ਜੇ ਇਸ ਵੇ ਨਾਲ ਕੋਇਲ ਦੇ ਥਰੂ ਹੋ ਕੇ ਨਿਕਲਣ ਜੇ ਮੈਕਸਿਮਮ ਮੈਗਨੈਟਿਕ ਫੀਲਡ ਲਾਈਨਾਂ ਇਸ ਵੇ ਨਾਲ ਇਸ ਕਹਿੰਦਾ ਜੀ ਮੇਰੇ ਕੋਲ ਜਿਹੜੀ ਕੋਰ ਹੈਗੀ ਆ ਉਸ ਕੋਰ ਦੇ ਅਕ੍ਰੋਸ ਨਿਕਲ ਕੇ ਜਾਣ ਤੁਸੀਂ ਕਹਿੰਦੇ ਜਿਹੜਾ ਮੈਗਨੈਟਿਕ ਫੀਲਡ ਆ ਉਹ ਰੇਡੀਅਲ ਆ। ਇਦਾਂ ਇੱਕ ਵਰਡ ਦੱਸ ਸਕਦੇ। ਦੂਜਾ ਪੁੱਤ ਇਹ ਦੱਸਿਆ ਸੀਗਾ ਕਿ ਜਦੋਂ ਕੋਇਲ ਦੇ ਉੱਤੇ
ਜਦੋਂ coil ਦੇ ਉੱਤੇ ਅਸੀਂ ਐਸਐਚ ਐਲਫਾ ਦੀ ਵੈਲਿਊ ਲਈਏ, ਐਲਫਾ 90 ਜਦੋਂ ਹੋਏਗਾ, ਇਸ ਫਾਰਮੂਲੇ 'ਚ ਐਲਫਾ 90 ਜਦੋਂ ਹੋਏਗਾ ਤੇ ਉਦੋਂ ਡਿਫਲੈਕਟਿੰਗ ਟਾਰਕ ਮੈਕਸਿਮਮ ਆ। ਇਹ 'ਚ ਮੈਂ ਇਹ ਦੱਸਿਆ ਸੀਗਾ ਕਿ ਐਲਫਾ 90 ਐਲਫਾ ਐਂਗਲ ਕਿਹ 'ਚ ਬਣਿਆ ਸੀ, ਆਪਾਂ ਇੱਥੇ ਦੋ ਲਿੱਤੇ ਸੀਗੀ ਪੋਜੀਸ਼ਨ, ਇੱਕ ਇਸ coil ਦਾ ਪਰਪੈਂਡੀਕੂਲਰ, ਇੱਕ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ। ਇਹਨਾਂ ਦੋ 'ਚ ਬਣਨ ਵਾਲੇ ਐਂਗਲ ਨੂੰ ਐਲਫਾ ਕਿਹਾ ਸੀ। ਤੇ ਜੇ ਐਲਫਾ 90 ਆ, ਮਤਲਬ ਆ ਮੈਗਨੈਟਿਕ ਫੀਲਡ ਜਿਹੜਾ ਵਾ ਇਹ ਤੁਹਾਡਾ ਅਲੋਂਗ ਦਾ ਸਰਫੇਸ ਆ ਜਾਵੇ, ਜੇ ਅਲੋਂਗ ਦਾ ਪਲੇਨ ਆਫ coil ਤੁਹਾਡਾ ਮੈਗਨੈਟਿਕ ਫੀਲਡ ਲਾਈ ਕਰੇਗਾ, ਉਦੋਂ ਆ ਐਂਗਲ ਮੇਰਾ 90 ਡਿਗਰੀ ਆ ਜਾਓ। यस सर। हाँ जी सर। ਇਸ ਵੇਲੇ ਤੁਹਾਡੀ coil 'ਚ ਜਿਹੜਾ ਮੈਗਨੈਟਿਕ ਫੀਲਡ ਆ, ਇਹਨੂੰ ਸਿਰ ਰੇਡੀਅਲ ਮੈਗਨੈਟਿਕ ਫੀਲਡ ਦਾ ਨਾਮ ਦਿੰਦੇ। ਤਾਂ ਉਹਨੇ ਇਹੀ ਗੱਲ ਇੱਥੇ ਕਹੀ ਆ ਕਿ ਡਿਫਲੈਕਟਿੰਗ ਟਾਰਕ ਜਿਹੜਾ ਮੈਕਸਿਮਮ ਲੱਗੇ, ਉਹਦੇ ਲਈ ਅਸੀਂ ਕਹਿੰਦੇ ਜੀ ਐਲਫਾ 90, ਇਟ ਮੀਨਸ ਮੈਗਨੈਟਿਕ ਫੀਲਡ ਸ਼ੁੱਡ ਬੀ ਰੇਡੀਅਲ ਇਨ ਨੇਚਰ। ਫਿਰ ਆਪਾਂ ਇੱਥੇ ਕੰਡੀਸ਼ਨ ਲਿਖ ਰਹੇ ਹਾਂ ਐਲਫਾ ਇਕੁਅਲ ਟੂ 90 ਡਿਗਰੀ, ਨਾਲ ਲਿਖ ਰਹੇ ਹਾਂ ਫॉर ਰੇਡੀਅਲ ਮੈਗਨੈਟਿਕ ਫੀਲਡ। ਇਹਦੇ ਕਰਕੇ coil ਆਪਣੀ ਪੋਜੀਸ਼ਨ ਤੋਂ ਜਦੋਂ ਮੈਕਸਿਮਮ ਡਿਫਲੈਕਟ ਕਰੇਗੀ ਤੇ देयरफॉर ਡਿਫਲੈਕਟਿੰਗ ਟਾਰਕ ਦਾ ਫਾਰਮੂਲਾ NIAB ਬਣ ਜਾਏਗਾ। ਯਾਨੀ ਆ ਮੇਰੇ ਕੋਲ ਐਸਐਚ ਕਹਿੰਦਾ ਜੀ ਜਿਹੜਾ ਫਾਰਮੂਲਾ ਹੋਏਗਾ ਡਿਫਲੈਕਟਿੰਗ ਟਾਰਕ ਦਾ, ਜਿਹਨੇ coil ਨੂੰ ਉਹਦੀ ਪੋਜੀਸ਼ਨ ਤੋਂ ਡਿਫਲੈਕਟ ਕੀਤਾ। क्या इन्नी गल समझ लग गई? हाँ जी सर। यस सर। चल ਹੁਣ ਜਦੋਂ ਪੁੱਤ coil ਆਪਣੀ ਪੋਜੀਸ਼ਨ ਤੋਂ ਡਿਫਲੈਕਟ ਹੋਈ ਆ, ਇੱਥੇ ਇੱਕ ਚੀਜ਼ ਨੂੰ ਨਿਗਾਹ ਮਾਰੂਗੇ, ਥੱਲੇ ਲੱਗਿਆ ਇੱਕ ਸਪਰਿੰਗ ਜਿਹਨੂੰ ਹੇਅਰ ਸਪਰਿੰਗ ਕਹਿੰਦੇ। ਅਸੀਂ ਕਿਹਾ ਸੀ ਹੇਅਰ ਸਪਰਿੰਗ ਤੇ ਆ ਸਸਪੈਂਡਡ ਵਾਇਰ ਜਿਹੜੀ ਆ ਹਨਾ, ਇਹ ਜਿਹੜੇ ਮਟੀਰੀਅਲ ਤੋਂ ਬਣੀ ਆ, ਇਸ ਮਟੀਰੀਅਲ ਦਾ ਨਾਮ ਸੀਗਾ, ਇਹਨੂੰ ਅਸੀਂ ਕਹਿੰਦੇ ਫਾਸਫੋਰ ਬ੍ਰੌਂਜ਼ ਮਟੀਰੀਅਲ। ਫਾਸਫੋਰ ਬ੍ਰੌਂਜ਼ ਮਟੀਰੀਅਲ ਕੱਲ ਵੀ ਕਿਹਾ ਸੀ, ਇੱਕ ਵਾਰੀ ਫੇਰ ਰਿਪੀਟ ਕਰ ਰਿਹਾ, ਇਹਦੀ ਕੁਝ ਐਡਵਾਂਟੇजेस ਨੇ ਜਿਹਦੇ ਕਰਕੇ ਅਸੀਂ ਫਾਸਫੋਰ ਬ੍ਰੌਂਜ਼ ਮਟੀਰੀਅਲ ਦੀ ਵਾਇਰ ਲੈਂਦੇ ਆ। ਉਹਦੇ ਚ ਮੈਂ ਇੱਕ ਐਗਜ਼ਾਮਪਲ ਕੱਲ ਦੱਸੀ ਸੀਗੀ, ਇੱਕ ਇਹਦੀ ਐਡਵਾਂਟੇਜ ਕਹਿ ਲਓ ਕਿ ਦੱਸੀ ਸੀਗੀ ਕਿ ਵੀ ਅਸੀਂ +1 ਚ ਪੜਿਆ ਸੀਗਾ ਇੱਕ ਟੌਪਿਕ ਇਲਾਸਟਿਕ ਆਫਟਰ ਇਫੈਕਟ। ਉਹ ਚ ਅਸੀਂ ਕਿਹਾ ਸੀ ਟੈਂਪਰੇਰੀ ਡਿਲੇ ਇਨ ਰੀਗੇਨਿੰਗ ਓਰੀਜਨਲ ਕਨਫੀਗੂਰੇਸ਼ਨ ਆਫਟਰ ਦਾ ਰਿਮੂਵਲ ਆਫ ਡਿਫਾਰਮਿੰਗ ਫੋਰਸ। ਜਦੋਂ ਕਿਸੇ ਬੋਡੀ ਤੇ ਮੈਂ ਡਿਫਾਰਮਿੰਗ ਫੋਰਸ ਜਿਹੜੀ ਲਗਾਈ ਸੀ ਉਹ ਰਿਮੂਵ ਕਰ ਦਵਾਂ, ਉਸ ਤੋਂ ਬਾਅਦ ਜਿਹੜੀ ਬੋਡੀ ਆ ਉਹ ਆਪਣੀ ਓਰੀਜਨਲ ਪੋਜੀਸ਼ਨ ਲੈਣ ਲੱਗੇ, ਜੇ ਟਾਈਮ ਡਿਲੇ ਦੇਵੇ ਹੈ ਨਾ, ਇਨਸਟੈਂਟਲੀ ਉਹ ਆਪਣੀ ਓਰੀਜਨਲ ਪੋਜੀਸ਼ਨ ਤੇ ਨਾ ਆਵੇ, ਤਾਂ ਅਸੀਂ ਉਸ ਫਿਨੋਮੀਨਾ ਨੂੰ ਇਲਾਸਟਿਕ ਆਫਟਰ ਇਫੈਕਟ ਕਹਿੰਦੇ ਆ। ਇੱਥੇ ਇਲਾਸਟਿਕ ਆਫਟਰ ਇਫੈਕਟ ਦਾ ਮਤਲਬ ਇਹ ਸੀਗਾ ਕਿ ਜਦੋਂ ਤੁਹਾਡੇ ਕੋਲ ਆ ਤੁਹਾਡੀ coil ਚੋਂ ਕਰੰਟ ਪਾਸ ਕੀਤਾ, ਆ ਮੰਨ ਲਓ ਮੇਰਾ ਗਲਵੈਨੋਮੀਟਰ ਆ ਗਿਆ, ठीक है, 0 पोजीशन आ गई 5 एम्पीयर। लेट मी से कि तुसी किसी सर्किट च जदों एक गलवेनोमीटर आ ओदी इंटरनल स्ट्रक्चर बाहरों आ दिखदा सिर्फ, कहंदा जी जदों तुसी गलवेनोमीटर किसी सर्किट च लाया, तुसी नोटिस कीता कि भी 0 तो करंट 5 एम्पीयर उन्हें मैनूं मेजर कर दिता, करंट 5 आ गया। हुण हजे मैं अगले डिवाइस किसी थां तो करंट नापना सी, करंट मेजर करना सी, होया कि जदों मैं ओदे अक्रॉस गलवेनोमीटर ला के करंट मेजर करन लग्या ते मैं नोटिस कीता पॉइंटर 5 एम्पीयर तो हजे 0 तक मुड़िया ही नहीं, पॉइंटर हौली 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 बड़ी हौली पॉइंटर जिहड़ा 5 तो 0 वाल आ रहा, जबकि करंट पास होना कदों दा बंद हो गया सी। इस फिनोमिना नूं कहंदे टैंपरेरी डिले इन रीगेनिंग द ओरिजिनल पोजीशन। जे एसएच टैंपरेरी डिले दी अमाउंट लार्ज होएगी ते डिवाइस तुसीं कहंदा जी एसएच इंस्टेंटली किते यूज नहीं कर सकदे। इस टाइप दे डिले नूं अपोज करन लई या इस टाइप दे डिले नूं रिड्यूस करन लई, ठीक है, ਅਸੀਂ ਐਸਐਚ ਇੱਥੇ ਜਿਹੜੀ ਵਾਇਰ ਹੈਗੀ ਆ ਉਹ ਫਾਸਫੋਰ ਬ੍ਰੌਂਜ਼ ਮਟੀਰੀਅਲ ਦੀ ਲੈਣੇ, ਜਿਹਦੀ ਇਹ ਪ੍ਰਾਪਰਟੀ ਆ ਕਿ ਇਹ ਡਿਫਲੈਕਸ਼ਨ ਜਿਹੜੀ ਆ ਉਹ ਇਨਸਟੈਂਟ ਕਹਿੰਦਾ ਜੀ ਬਣਾ ਦਿੰਦਾ। ਕਿ ਇੰਨੀ ਗੱਲ ਸਮਝ ਲੱਗੀ? यस सर। Yes sir. यस सर। यस सर। ਚਲੋ ਦੂਜੇ ਪਾਸੇ ਫਿਰ ਵਾਪਸ ਚੱਲਿਆ। ਹੁਣ ਆ ਕੀ ਹੋਏਗਾ ਜਦੋਂ ਆ ਉੱਪਰ coil ਜਿਹੜੀ ਆ ਹਨਾ, ਜਦੋਂ ਆ coil ਮੇਰੇ ਕੋਲ ਜਿਹੜੀ ਆ, ਜਦੋਂ ਇਸ coil ਨੇ ਇਦਾਂ ਡਿਫਲੈਕਟ ਹੋਣਾ, ਆ ਮੰਨੋ ਮੇਰੀ ਬਾਹ ਥੱਲੇ ਵਾਲਾ ਸਪਰਿੰਗ ਵਾ, ਉੱਪਰ ਆ ਹੱਥ ਜਿਹੜਾ ਇਹ coil ਆ, ਹੁਣ ਜਦੋਂ coil ਇਸ ਵੇ ਨਾਲ ਡਿਫਲੈਕਟ ਹੋਈ, ਆ ਸਪਰਿੰਗ ਮੁੜ ਜਾਣਾ ਤੇ ਜਦੋਂ ਸਪਰਿੰਗ ਨੇ ਐਸਾ ਚ ਟਵਿਸਟ ਲੈ ਜਾਣਾ ਹਨਾ, ਤੇ ਉਹਨੇ ਆਪਣੀ ਓਰੀਜਨਲ ਪੋਜੀਸ਼ਨ ਆਉਣ ਵੇਲੇ ਕਹਿੰਦਾ ਜੀ ਕੀ ਕਰਨਾ, ਜਿੱਦਾਂ ਹੀ ਇਹ ਚੋਂ ਕਰੰਟ ਪਾਸ ਕਰਨਾ ਬੰਦ ਕੀਤਾ ਤੇ ਇਹਦੇ ਉੱਤੇ ਲੱਗਣ ਵਾਲਾ ਡਿਫਲੈਕਟਿੰਗ ਟਾਰਕ ਖਤਮ ਹੋ ਗਿਆ, ਤੇ ਜਾਂ ਤਾਂ ਫਿਰ coil ਉੱਥੇ ਦੀ ਉੱਥੇ ਰਹਿ ਜਾਵੇ
ਤੇ ਜੇ ਉਹ ओरिजिनल पोजीशन ਤੇ ਵਾਪਸ ਆ ਰਹੀ, ਇਹਦਾ ਮਤਲਬ ਆ ਸਪਰਿੰਗ ਜਦੋਂ ਮੁੜ ਗਿਆ, ਟਵਿਸਟ ਲੈ ਗਿਆ, ਇਹਨੇ ਆਪਣੀ ओरिजिनल पोजीशन ਨੂੰ ਵਾਪਸ ਲੈ ਕੇ ਆਣਾ ਤੇ ਆਪਣੀ ओरिजिनल पोजीशन ਤੇ ਵਾਪਸ ਆਣ ਲੱਗੇ ਜਿਹੜਾ ਟਾਰਕ ਇਸ ਸਪਰਿੰਗ ਨੇ ਬਿਲਟ ਅਪ ਕੀਤਾ, ਉਹਨੂੰ ਅਸੀਂ ਨਾਮ ਦਿੰਨੇ रिस्टोरिंग टॉर्क पर यूनिट ट्विस्ट। क्या वर्ड समझ लग गया जो मैं बोलिया? ओए न्याणियो, यस सर। यस सर। यार इदा नहीं करते, थोड़ा जा एक्टिव होके पढ़ूंगे बेटा। मैं 2 दिन जेडे ने पिछले 3 दिन ला लो, अज तीजा दिन आ, सिर्फ 2 टॉपिक ते ला रहे हैं जेडे थोड़े टफ हैगे आ, ते तुहाडा रिस्पॉन्ड तो बिना मैनू कराना औखा हो जाना बेटा। हुण इन्ना जेड़ा डिफ्लेक्टिंग टॉर्क है दूजे पासे लिखिए नाउ रिस्टोरिंग टॉर्क पर यूनिट ट्विस्ट इज गिवन बाय, ठीक है, जेड़ा एक ट्विस्ट होने ते कितना टॉर्क दिंदा पिया ਉਹਨੂੰ ਕੈਲਕੂਲੇਟ ਕਰਨਾ, ਉਹਦਾ ਸਿੰਬਲ ਅਸੀਂ ਟਾਓ ਥੀਟਾ ਲਿਖ ਦਿੱਤਾ, ਥੀਟਾ ਐਂਗਲ ਕਿੰਨੇ ਤੇ ਕੁਆਇਲ ਘੁੰਮ ਗਈ ਉਹਦੇ ਕਰਕੇ ਲਿਖਦੇ ਪਏ। ਉਹ ਕਹਿੰਦਾ ਜੀ ਜਿਹੜਾ ਰਿਸਟੋਰਿੰਗ ਜਾਂ ਇਦਾਂ ਲਿਖ ਦੋ ਟਾਓ ਆਰ ਲਿਖ ਦੋ ਰਿਸਟੋਰਿੰਗ ਟਾਰਕ, ਉਹ ਕਹਿੰਦਾ ਇਹ ਡਿਪੈਂਡ ਕਰੇਗਾ ਕੁਆਇਲ ਆਪਣੀ ਥਾਂ ਤੋਂ ਕਿੰਨੀ ਡਿਫਲੈਕਟ ਹੋਈ ਹੈ। 0 ਐਂਪੀਅਰ ਤੋਂ ਜੇ 1 ਐਂਪੀਅਰ ਤੱਕ ਗਈ ਸਮਾਲ ਐਂਗਲ ਬਣਿਆ, 0 ਐਂਪੀਅਰ ਤੋਂ 5 ਐਂਪੀਅਰ ਤੱਕ ਜਾਵੇ ਜ਼ਿਆਦਾ ਐਂਗਲ ਬਣਿਆ। ਇਹ ਮਤਲਬ ਜਿੰਨਾ ਮੇਰੇ ਕੋਲ ਜ਼ਿਆਦਾ ਐਸ ਸੱਚ ਕਰੰਟ ਪਾਸ ਹੋਏਗਾ ਉਹਨਾਂ ਡਿਫਲੈਕਟਿੰਗ ਟਾਰਕ ਜ਼ਿਆਦਾ ਲੱਗੂ, ਉਹਨਾਂ ਹੀ ਕੁਆਇਲ ਨੇ ਜ਼ਿਆਦਾ ਘੁੰਮਣਾ, ਤੇ ਜਿੰਨੀ ਕੁਆਇਲ ਜ਼ਿਆਦਾ ਘੁੰਮਦੀ ਆ ਇਹ ਮਤਲਬ ਉਨਾ ਹੀ ਆ ਸਪਰਿੰਗ ਨੂੰ ਜਿਹੜਾ ਵੱਟ ਵਾ ਜਿਹੜੀ ਟਵਿਸਟ ਵਾ ਉਨਾ ਹੀ ਜ਼ਿਆਦਾ ਆਏਗਾ। ਇਹਦਾ ਮਤਲਬ ਇਹ ਹੋ ਗਿਆ ਕਿ ਰਿਸਟੋਰਿੰਗ ਟਾਰਕ ਪਰ ਯੂਨਿਟ ਟਵਿਸਟ ਜਿਹੜਾ ਵਾ, ਠੀਕ ਹੈ, ਜਾਂ ਰਿਸਟੋਰਿੰਗ ਟਾਰਕ ਕਹਿ ਦੋ, ਠੀਕ ਹੈ, that directly proportional to angle theta, ਠੀਕ ਹੈ। ਇਹਨੂੰ ਅਸੀਂ ਕਹਿ ਦਿੰਦੇ ਕਿ ਵੀ ਮੇਰੇ ਕੋਲ ਇਹ ਰਿਸਟੋਰਿੰਗ ਟਾਰਕ ਥੀਟਾ ਡਿਪੈਂਡੈਂਟ ਆ, ਇਹਦੇ ਤੋਂ ਜੇ ਲਿਖ ਦਈਏ ਤੇ ਇਹਦਾ ਮਤਲਬ ਰਿਸਟੋਰਿੰਗ ਟਾਰਕ ਦਾ ਫਾਰਮੂਲਾ k ਟਾਈਮ ਥੀਟਾ ਆ ਗਿਆ। ਇਹ ਤੋਂ k ਨੂੰ ਅਸੀਂ ਡਿਫਾਈਨ ਕਰ ਦਿੰਨੇ, ਇਹ ਤੋਂ ਜੇ ਮੈਂ k ਨੂੰ ਡਿਫਾਈਨ ਕਰਾਂ ਤੇ k ਮੇਰਾ ਰਿਸਟੋਰਿੰਗ ਟਾਰਕ ਪਰ ਯੂਨਿਟ ਟਵਿਸਟ। ਆ ਟਰਮ ਥੋੜੀ ਚੇਂਜ ਕਰਨ ਲੱਗਿਆ, ਆਪਾਂ ਪਹਿਲਾਂ ਪੂਰਾ ਰਿਸਟੋਰਿੰਗ ਟਾਰਕ ਲਿਖ ਦਿੰਨੇ ਆ, ਇੱਥੋਂ ਬਣਾ ਦੇਣਾ ਟਰਮ, ਪਹਿਲਾਂ ਪੂਰਾ ਰਿਸਟੋਰਿੰਗ ਟਾਰਕ ਲਿਖ ਦੋ, ਇੱਥੋਂ ਕਹਿ ਦਵਾਂ ਤੇ ਰਿਸਟੋਰਿੰਗ ਟਾਰਕ ਇੱਕ ਟਵਿਸਟ ਵਿੱਚ ਕਿੰਨਾ ਆਇਆ ਉਹਨੂੰ ਅਸੀਂ k ਨਾਲ ਰਿਪਰੈਜ਼ੈਂਟ ਕਰਤਾ। ਹੁਣ ਆ ਜਿਹੜਾ ਮੇਰਾ ਰਿਸਟੋਰਿੰਗ ਟਾਰਕ ਆਇਆ ਇਹਨੇ ਕੁਆਇਲ ਨੂੰ ਜਦੋਂ ਘੁੰਮੀ ਪਈ ਕੁਆਇਲ ਆ ਇਹਨੇ ਉਹਨੂੰ ਵਾਪਸ ਲੈ ਕੇ ਆਣਾ, ਤੇ ਜਿਹੜਾ ਕਰੰਟ ਪਾਸ ਕੀਤਾ ਉਹਨੇ ਕੁਆਇਲ 'ਚ ਡਿਫਲੈਕਟਿੰਗ ਟਾਰਕ ਦਿੱਤਾ, ਤੇ ਜੇ ਮੇਰਾ ਪੁਆਇੰਟਰ 0 ਤੋਂ 3 ਤੱਕ ਗਿਆ ਤਾਂ 3 ਤੋਂ ਵਾਪਸ 0 ਆ ਗਿਆ, ਤੇ ਮਤਲਬ ਜਿੰਨਾ ਡਿਫਲੈਕਟਿੰਗ ਟਾਰਕ ਲੱਗਿਆ ਸੀਗਾ ਕੁਆਇਲ ਨੂੰ ਡਿਫਲੈਕਟ ਕਰਨ ਲਈ ਉਹਨੇ ਰਿਸਟੋਰਿੰਗ ਟਾਰਕ ਲੱਗ ਗਿਆ ਉਹਨੂੰ ਵਾਪਸ ਲੈ ਕੇ ਆਉਣ ਲਈ। Yes, sir. यस सर। यस सर। ਇੱਥੇ ਕਰ ਰਹੇ ਇਸੇ ਚੀਜ਼ ਨੂੰ therefore in equilibrium position ਦੇ ਅੰਦਰ ਜਿਹੜਾ ਡਿਫਲੈਕਟਿੰਗ ਟਾਰਕ ਆ ਤੇ ਜਿਹੜਾ ਰਿਸਟੋਰਿੰਗ ਟਾਰਕ ਆ ਦੋਨੋਂ ਆਪਸ ਇਕੁਅਲ ਹੋ ਜਾਊਗੇ। यस सर। यस सर। यस सर। यस सर। ਇਹਦਾ ਮਤਲਬ NIAB ਦੀ ਵੈਲਿਊ k ਥੀਟਾ ਦੇ ਇਕੁਅਲ ਆ ਗਈ। ਇੱਥੋਂ ਕੱਢੋ ਕਰੰਟ, ਜਿਹੜਾ ਅਸੀਂ ਇਹ ਸ਼ੋ ਕਰਾਂਗੇ ਕਿ ਵੀ ਜੇ 1 ਐਂਪੀਅਰ ਕਰੰਟ ਆ ਤੇ ਡਿਫਲੈਕਸ਼ਨ ਉਹਦੇ ਅਕੋਰਡਿੰਗਲੀ ਆ, ਤੇ ਜੇ 10 ਐਂਪੀਅਰ ਕਰੰਟ ਆ ਤਾਂ ਡਿਫਲੈਕਸ਼ਨ ਉਹਦੇ ਅਕੋਰਡਿੰਗਲੀ। ਦੇਅਰਫੋਰ ਇਥੋਂ I ਕੱਢ ਦਿਓ ਤੇ I ਦਾ ਫਾਰਮੂਲਾ ਆ ਗਿਆ k ਥੀਟਾ ਓਵਰ NAB। ਇਹ ਚੋਂ ਪੁੱਤ k ਦੀ ਵੈਲਿਊ ਨੇਚਰ ਆਫ ਮਟੀਰੀਅਲ ਕਿਹੜਾ ਯੂਜ਼ ਹੋਇਆ ਸਪਰਿੰਗ ਵਾਸਤੇ ਤੇ ਸਸਪੈਂਡਿੰਗ ਵਾਇਰ ਵਾਸਤੇ ਉੱਤੇ ਡਿਪੈਂਡੈਂਟ ਆ, ਤੇ ਗਿਵਨ ਗਲਵੈਨੋਮੀਟਰ ਦੇ ਅੰਦਰ ਇਸ k ਦੀ ਵੈਲਿਊ ਜਿਹੜੀ ਹੋਏਗੀ ਉਹ ਹਮੇਸ਼ਾ ਕਾਂਸਟੈਂਟ ਆ। n ਨੰਬਰ ਆਫ ਟਰਨਸ ਨੇ ਕਿੰਨੇ ਰੈਪ ਕੀਤੇ ਹੋਏ ਆ, a ਮੇਰੇ ਕੋਲ ਕੋਇਲ ਦਾ ਏਰੀਆ ਹੋ ਗਿਆ, b ਇੱਥੇ ਜਿਹੜਾ ਮੈਗਨੈਟਿਕ ਫੀਲਡ ਅਪਲਾਈ ਕੀਤਾ ਹੋਇਆ, ਇਹ ਸਾਰੀਆਂ ਟਰਮ ਗਿਵਨ ਗਲਵੈਨੋਮੀਟਰ ਲਈ ਕਾਂਸਟੈਂਟ ਆ, ਤੇ ਇਹਦਾ ਮਤਲਬ ਜਿਹੜਾ ਕਰੰਟ ਹੋਏਗਾ ਉਹ ਡਾਇਰੈਕਟਲੀ ਥੀਟਾ ਨਾਲ ਰਿਲੇਟ ਹੋ। यस सर। यस सर। ਯਾਨੀ ਜੇ ਤੇ ਆ ਲਿਖ ਦਈਏ ਹੇਅਰ KNAB all are constant, ਜੇ ਇਹ ਸਾਰੀਆਂ ਚੀਜ਼ਾਂ ਮੇਰੀਆਂ ਕਾਂਸਟੈਂਟ ਨੇ ਤੇ therefore I proportional to theta ਹੋ ਜਾਏਗਾ। हाँ जी सर। यस सर। Yes, sir. ਤੇ ਜਿੰਨੀਆਂ ਇਹ ਟਰਮ ਅਸੀਂ ਲਿਖਦੇ ਪਏ ਗਲਵੈਨੋਮੀਟਰ ਦੇ ਨਾਲ ਲਿੰਕਡ ਨੇ ਇਹਨਾਂ ਨੂੰ ਅਸੀਂ
ਇੱਕ ਸਿੰਗਲ ਕਨਸਟੈਂਟ ਪੁੱਟ ਕਰ ਦਿੰਨੇ ਆ ਲਾਈਨ ਤੋਂ ਬਾਅਦ ਲਿਖ ਦੇਣਾ ਭਾਵੇਂ ਕਹਿੰਦਾ ਜੀ ਪੁੱਟ k over NAB equal to G G ਕਹਿੰਦੇ ਪਏ ਗੈਲਵੇਨੋਮੀਟਰ ਕਾਂਸਟੈਂਟ ਨੂੰ ठीक है G आ गया फिर G is called as a galvanometer constant फिर therefore अपने को इथे I equal to G theta आ जाएगा which implies I proportional to theta केवल जिन्नी डिफ्लेक्शन गैल्वेनोमीटर कॉइल दी अपनी इक्विलिब्रियम पोजीशन तो ज्यादा आएगी ਅਸੀਂ ਮੰਨਾਂਗੇ केवल उतना ही स्ट्रॉन्ग करंट पास ਹੁੰਦਾ ਪਿਆ यानी जे डिफ्लेक्शन थोड़ी तो करंट भी थोड़ा जे डिफ्लेक्शन ज्यादा तो करंट भी ज्यादा ਇਹਦਾ मतलब हो गया कि भी डिफ्लेक्शन कॉइल दी कितनी हुई ਹੁਣ मैं लाइन किथे जाके जोड़न ਲੱਗਿਆ ਪੁੱਤ ਇੱਥੇ ਅਸੀਂ ਇੱਕ ਵਰਡ ਯੂਜ਼ ਕੀਤਾ ਸੀ m m ਕਿਹਦੇ ਲਈ ਸੀਗਾ मैग्नेटिक मोमेंट ਫੁੱਟ ਵੀ ਖਾਣੀ इस पूरे अरेंजमेंट दे अंदर सुन लो गल ध्यान नाल मैं कल भी एक गल कही सीगी ਜਿਹੜੇ ਗੈਲਵੇਨੋਮੀਟਰ ਐਮੀਟਰ ਵੋਲਟਮੀਟਰ ਤੁਸੀਂ ਦੇਖਦੇ ਹੋ ਆਪਣੇ ਏਸੀ ਦੇ ਨਾਲ ਜਿਹੜਾ ਵੋਲਟਮੀਟਰ ਜਾਂ ਐਮੀਟਰ ਲੱਗਿਆ ਹੋਇਆ ਉਹ ਚ ਮੈਨੂੰ ਸਿਰਫ ਇਹ ਦਿਖਦਾ ਕਿ ਕਰੰਟ ਜਦੋਂ ਸਵਿਚ ਆਨ ਕੀਤਾ ਹਨਾ ਕਰੰਟ 7 ਐਂਪੀਅਰ ਆ 8 ਐਂਪੀਅਰ ਆ ਵੋਲਟਮੀਟਰ ਦੀ ਰੀਡਿੰਗ ਜਿਹੜੀ 220 ਵੋਲਟ ਆ ਤੁਹਾਨੂੰ ਪੁਆਇੰਟਰ ਹਿਲਦਾ ਦਿਖਦਾ ਪਿਆ ਅੰਦਰ ਉਹਦੇ ਕੀ ਹੋਇਆ ਉਹ ਨਹੀਂ ਦਿਖ ਰਿਹਾ ਤੇ ਇਸ ਡਿਵਾਈਸ ਦੇ ਵਿੱਚ ਮੈਂ ਇਹ ਕਿਹਾ ਸੀਗਾ ਐਮ ਜਿਹੜਾ ਵਰਡ ਸੀਗਾ ਲਿਖਿਆ ਇਹ ਸਿੰਬੋਲਿਕਲੀ ਤਿੰਨ ਚੀਜ਼ਾਂ ਦੇ ਕੰਬੀਨੇਸ਼ਨ ਲਈ ਆ लैंप मिरर ते स्केल मैं कल इदा समझाया सीगा कि जदों आ कॉइल अपनी थां तो डिफ्लेक्ट हुंदी है ना ते इहदी रीडिंग नूं तुसीं सीधे सीधे ढंग नाल मेजर नहीं कर सकदे जिद्दां मैं आ बार-बार कही ना कि भी इत्थे आपां सर्कल बना के उच 0 ते 5 लिख के दिखा दिंदे बेसिकली जेड़ा गैल्वेनोमीटर आ यूज करदे पए इहदी एक लिमिटेशन आ कि भी इह च करंट दी वैल्यू डायरेक्ट नहीं मेजर हुंदी मतलब तुसीं इह देखो डिफ्लेक्शन इन्नी है तुसीं कह दो जी इन्ना करंट आ इदा नहीं हैगा ਇਹ ਚ ਇੱਕ ਪ੍ਰੋਬਲਮ ਇਹ ਸੀਗੀ ਕਿ ਇਹ ਚ ਤਿੰਨ ਚੀਜ਼ਾਂ ਲੱਗੀਆਂ ਮੈਂ ਦੋ ਥਾਂ ਇਦਾਂ ਸਮਝਾਈ ਸੀ ਗੱਲ ਕਿ ਵੀ ਆ ਮੰਨ ਲਓ ਇੱਥੇ ਹਵਾ ਚ ਦੱਸਦਾ ਪਿਆ ਇੱਥੇ ਇੱਕ ਲੈਂਪ ਲੱਗੀ ਹੋਈ ਆ ਆ ਮੇਰਾ ਹੱਥ ਜਿਹੜਾ ਇਹ ਇੱਕ ਮਿਰਰ ਆ ਠੀਕ ਹੈ ਲੈਂਪ ਦੀ ਲਾਈਟ ਐਸ ਸੱਚ ਮਿਰਰ ਤੇ ਪੈਂਦੀ ਇਤੋਂ ਰਿਫਲੈਕਟ ਕਰਕੇ ਆ ਇੱਕ ਸਕੇਲ ਲੱਗੀ ਹੋਈ ਆ ਤੇ ਇੱਥੇ ਉਹਦੀ ਰਿਫਲੈਕਸ਼ਨ ਕਿਸੇ ਇੱਕ ਪੁਆਇੰਟ ਤੇ ਆਂਦੀ ਪਈ ਹੁਣ ਜਦੋਂ ਆ ਜਿਹੜੀ ਸਸਪੈਂਡਿੰਗ ਵਾਇਰ ਆ ਹਨਾ ਜਦੋਂ ਇਸ ਵਾਇਰ ਚੋਂ ਕਰੰਟ ਪਾਸ ਹੋਇਆ ਤੇ ਇਹ ਵਾਇਰ ਡਿਫਲੈਕਟ ਹੋਈ ਇਹਦੇ ਕਰਕੇ ਕੀ ਹੋਇਆ ਮਿਰਰ ਜਿਹੜਾ ਇੱਥੇ ਲੱਗਾ ਹੋਇਆ ਉਹਦਾ ਮੂੰਹ ਘੁੰਮ ਗਿਆ ਅਲਟੀਮੇਟਲੀ ਇਮਲ ਜਿਹੜੀ ਲਾਈਟ ਇਸ ਮੂਵਮੈਂਟ ਤੇ ਆ ਲਾਈਟ ਦੇ ਸੋਰਸ ਤੋਂ ਇੱਥੇ ਮਿਰਰ ਤੇ ਪਹਿਲਾਂ ਪੈ ਰਹੀ ਸੀ ਹਨਾ ਜੇ ਮਿਰਰ ਮੇਰਾ ਇਦਾਂ ਘੁੰਮ ਗਿਆ ਠੀਕ ਹੈ ਇੱਥੇ ਕੁਆਇਲ ਦੇ ਨਾਲ ਜੁੜਿਆ ਇਤੋਂ ਜਦੋਂ ਲਾਈਟ ਇੱਥੇ ਵੱਜੀ ਠੀਕ ਹੈ ਜੀ ਤੇ ਇਹ ਮਿਰਰ ਦੀ ਪੋਜੀਸ਼ਨ ਅੱਗੇ ਨਾਲੋਂ ਘੁੰਮ ਗਈ ਉਹਦੇ ਨਾਲ ਕੀ ਹੋਇਆ ਆ ਹੱਥ ਤੇ ਜਿਹੜੀ ਰਿਫਲੈਕਸ਼ਨ ਇਸ ਪੋਜੀਸ਼ਨ ਤੇ ਆ ਰਹੀ ਸੀ ਇਹ ਸ਼ਿਫਟ ਕਰਕੇ ਕਿਤੇ ਨਵੀਂ ਪੋਜੀਸ਼ਨ ਆ ਗਈ ਅਸੀਂ ਇਹ ਨੋਟ ਕਰਦੇ ਹਾਂ ਕਿ ਵੀ ਜਿਹੜੀ ਮਿਰਰ ਦੇ ਥਰੂ ਮੈਨੂੰ ਇਮੇਜ ਮਿਲਦੀ ਪਈ ਆ ਉਹ ਕਿੰਨਾ ਸ਼ਿਫਟ ਹੋਈ ਤੇ ਉਹਦੇ ਬੇਸ ਦੇ ਉੱਤੇ ਫਿਰ ਅਸੀਂ ਐਸਐਚ ਇਨਡਾਇਰੈਕਟ ਮੈਥਡ ਨਾਲ ਕੱਢਦੇ ਕਿ ਜੇ ਮੰਨ ਲਓ ਇਹ ਪੋਜੀਸ਼ਨ 1 ਸੈਂਟੀਮੀਟਰ ਸ਼ਿਫਟ ਹੋਵੇ ਮੀਨ 1 ਐਂਪੀਅਰ ਕਰੰਟ 2 ਸੈਂਟੀਮੀਟਰ ਸ਼ਿਫਟ ਹੋਵੇ 2 ਐਂਪੀਅਰ 1 ਸੈਂਟੀਮੀਟਰ ਸ਼ਿਫਟ ਹੋਵੇ ਹੋ ਸਕਦਾ 4 ਐਂਪੀਅਰ मतलब तुसी डायरेक्ट देख के करंट नहीं मेजर कर रहे तुसी ओदी इमेज दी शिफ्टिंग नोट करदे हो ते ओदी हेल्प ना फिर असी रीडिंग इंटरप्रेट करदे किन्नी बनी क्या गल समझ लगी जो दसदा पिया Yes, sir. यस सर Yes, sir. फिर इस लिमिटेशन नु ओवरकम करन वास्ते जेड़ा डिवाइस असी यूज करदे ओदा नाम असी रखया ओ मेरा वेस्टर्न टाइप गैल्वेनोमीटर जो वर्ड बोलदा पिया ठीक है जी वो मेरा एसएच वेस्टर्न टाइप गैल्वेनोमीटर ਉਹਨੂੰ ਅਸੀਂ ਕਹਿੰਦੇ ਤੇ ਵੈਸਟਰਨ ਟਾਈਪ ਗੈਲਵੇਨੋਮੀਟਰ ਦੇ ਅੰਦਰ ਬੇਸਿਕਲੀ ਤੁਹਾਡੇ ਕੋਲ ਕੀ ਹੈਗਾ ਕਹਿੰਦਾ ਜੀ ਇੱਕ ਸਕੇਲ ਲਗਾ ਦਿੱਤੀ ਇੱਕ ਮੇਰੇ ਕੋਲ ਸਕੇਲ ਆ ਗਈ ਇੱਕ ਇਹਦੇ ਤੇ ਮੇਰੇ ਕੋਲ ਪੁਆਇੰਟਰ ਆ ਗਿਆ ਠੀਕ ਹੈ ਜਿਹੜਾ ਆਪਣੀ ਐਸਐਚ 0 ਤੋਂ ਮੰਨ ਲਓ 5 ਤੱਕ ਦੀ ਆ ਪੋਜੀਸ਼ਨਸ ਤੇ ਇਹਨੂੰ ਕੈਲੀਬ੍ਰੇਟ ਕੀਤਾ ਹੋਇਆ ਪੂਰਾ ਸਟੈਂਡਰਡਾਈਜ਼ਡ ਕੀਤਾ ਹੋਇਆ ਪੂਰਾ ਉਹਦੇ ਅਕੋਰਡਿੰਗਲੀ ਇਹਦੀ ਪੋਜੀਸ਼ਨ ਜਿਹੜੀ ਆ ਸ਼ਿਫਟ ਹੋਣੀ ਹੈ ਤੇ ਇਹਦੇ ਅੰਦਰਲੇ ਪਾਸੇ ਇਹ ਸਾਰਾ ਕੁਝ ਕਿੱਥੇ ਕਿਹਦੇ ਨਾਲ ਜੋੜਿਆ ਹੋਇਆ ਇਦਾਂ ਕਰਕੇ ਇੱਥੇ ਕੁਆਇਲ ਲੱਗੀ ਹੋਈ ਆ ਜਦੋਂ ਇਸ ਕੁਆਇਲ ਦੇ ਵਿੱਚ ਵੀ ਅਸੀਂ ਕਰੰਟ ਪਾਸ ਕਰਾਂਗੇ ਤੇ ਇਹ ਕੁਆਇਲ ਆਪਣੀ ਥਾਂ ਤੋਂ ਇਦਾਂ ਡਿਫਲੈਕਟ ਹੋਈ ਤੇ ਇਹਦੇ ਉੱਪਰ ਆ ਪੁਆਇੰਟਰ ਲੱਗਾ ਹੋਇਆ ਜਿਹੜਾ ਕਿ ਇਸ ਵੇਲੇ 0 ਪੋਜੀਸ਼ਨ ਤੇ ਆ ਜਦੋਂ ਇਹ ਕੁਆਇਲ ਘੁੰਮ ਗਈ ਇਹ ਨਾਲ ਇਦਾਂ ਘੁੰਮ ਜਾਂਦਾ ਠੀਕ ਹੈ ਤੇ ਪੁਆਇੰਟਰ ਤੇ ਮੈਨੂੰ ਸਿੱਧੀ ਸਿੱਧੀ ਰੀਡਿੰਗ ਦਿਖ ਜਾਂਦੀ ਕਿੰਨੀ ਹੈਗੀ ਹੈ ਇਹ ਇਸ ਗੈਲਵੇਨੋਮੀਟਰ ਦੀ ਐਸਐਚ ਮੋਡੀਫਾਈਡ ਫਾਰਮ
ਜਿਹਨੂੰ ਅਸੀਂ ਨਾਮ ਦਿੰਦੇ ਕਿ ਇਹ ਵੈਸਟਰਨ ਟਾਈਪ ਗਲਵੈਨੋਮੀਟਰ ਆ। ਕਿਆ ਇੰਨੀ ਗੱਲ ਸਮਝ ਲੱਗ ਰਹੀ? Yes, sir. Yes, sir. ਚਲੋ ਇਹਨਾਂ ਵਰਡਸ ਨਾਲ ਕੰਟੀਨਿਊ ਕਰਾਂਗਾ। ਦੋ ਚੀਜ਼ਾਂ ਹੋਰ ਇਹਦੇ ਅੰਦਰ ਟੌਪਿਕ ਦੇ, ਉਹਨਾਂ ਚੋਂ ਇੱਕ ਆ ਜਾਊਗਾ ਬੇਟਾ ਕਿ ਵੀ ਜਿਹੜਾ ਡਿਵਾਈਸ ਅਸੀਂ ਯੂਜ਼ ਕਰਦੇ ਪਏ ਉਹ ਕਹਿੰਦਾ ਜੀ ਇਹਨੂੰ ਡਿਵਾਈਸ ਨੂੰ ਅਸੀਂ ਜ਼ਿਆਦਾ ਸੈਂਸਿਟਿਵ ਬਣਾਉਣਾ ਚਾਹੁੰਦੇ ਹਾਂ। ਮਤਲਬ ਮੈਂ ਚਾਹਨਾ ਕਿ ਥੋੜਾ ਜਿਹਾ ਵੀ ਕਰੰਟ ਹੋਵੇ ਨਾ ਤੇ ਡਿਫਲੈਕਸ਼ਨ ਆਵੇ ਦੱਬ ਕੇ, ਮੈਨੂੰ ਪਤਾ ਲੱਗੇ ਕਿ ਵੀ ਹਾਂ ਮੈਂ ਸਰਕਟ ਚਲਾਇਆ, ਮੰਨ ਲਓ ਕਰੰਟ ਆਇਆ 0.1 ਐਂਪੀਅਰ, ਪੁਆਇੰਟਰ ਹਿੱਲਿਆ ਨਾਲ ਹੀ ਪਤਾ ਵੀ ਨਹੀਂ ਲੱਗਿਆ। ਉਹ ਕਹਿੰਦਾ ਜੀ ਐਸੇ ਚ ਅਸੀਂ ਚਾਹੁੰਦੇ ਕਿ ਵੀ for a small electric current if we want to produce a large deflection, ਉਹਨੂੰ ਅਸੀਂ ਨਾਮ ਦੇ ਦਿੰਦੇ ਕਿ to form a device to be more sensitive, ਹਨਾ। ਮੇਰੀਆਂ ਕੀ ਕੰਡੀਸ਼ਨਸ ਨੇ ਉਹਦੇ ਵਾਸਤੇ ਉਹਨੇ ਇਹਦੇ ਅੰਦਰ ਐਸਾ ਚ ਇੱਕ ਸਭ ਤੋਂ ਪਹਿਲੀ ਕੰਡੀਸ਼ਨ ਜਿਹੜੀ ਦਿੱਤੀ ਆ, ਉਹਦੇ ਬਿਹਾਫ ਤੇ ਤੁਹਾਡੇ ਮੂਵਿੰਗ ਕੋਇਲ ਗਲਵੈਨੋਮੀਟਰ ਦਾ ਇੱਕ ਹੋਰ ਨਾਮ ਰੱਖਾਂਗਾ, ਠੀਕ ਹੈ ਜੀ। that is to be called as a, ਇਹਨੂੰ ਅਸੀਂ ਪੜ੍ਹਦੇ ਆ that is to be called as a dead beat galvanometer। ਸੁਣੋ ਗੱਲ ਧਿਆਨ ਨਾਲ, ਇਸ ਟੌਪਿਕ ਦੀ ਗੱਲ ਹਜੇ ਕਿਤੇ ਅੱਗੇ ਜਾ ਕੇ ਇੱਕ ਵਾਰੀ ਫੇਰ ਦੁਬਾਰਾ ਜੋੜਾਂਗਾ ਦੋ ਲਾਈਨਾਂ। ਡੈਡ ਬੀਟ ਗਲਵੈਨੋਮੀਟਰ ਬੋਰਡ ਦਾ ਬਹੁਤ ਵਾਰੀ ਕੁਐਸਚਨ, ਮੂਵਿੰਗ ਕੋਇਲ ਗਲਵੈਨੋਮੀਟਰ ਨਹੀਂ ਆਇਆ ਬੋਰਡ ਚ, ਬਹੁਤ ਵਾਰੀ ਕੁਐਸਚਨ what is dead beat galvanometer, discuss its construction and working, ਕਹਿੰਦਾ ਵੀ ਉਹ ਚ ਕੀ ਆਏਗਾ। ਹੁਣ ਗੱਲ ਸਮਝ ਲਿਓ, ਜਿਹੜਾ ਪੁੱਤ ਅਸੀਂ ਐਸ ਸੱਚ ਇੱਥੇ ਆ ਫਰੇਮ ਯੂਜ਼ ਕੀਤਾ ਵਾ, ਰੈਕਟੈਂਗੂਲਰ ਫਰੇਮ ਜਿਹੜਾ ਅਸੀਂ ਇੱਥੇ ਯੂਜ਼ ਕੀਤਾ ਵਾ, ਹਨਾ। ਇਸ ਫਰੇਮ ਦੀ ਹੈਲਪ ਨਾਲ ਅਸੀਂ ਕਹਿੰਦਾ ਜੀ ਐਸ ਸੱਚ ਆਪਣੇ ਗਿਵਨ ਗਲਵੈਨੋਮੀਟਰ ਨੂੰ ਡੈਡ ਬੀਟ ਗਲਵੈਨੋਮੀਟਰ ਬਣਾ ਸਕਦੇ ਹੋ। ਕਹਿੰਦਾ ਹੁੰਦਾ ਕੀ ਹੈ ਡੈਡ ਬੀਟ ਗਲਵੈਨੋਮੀਟਰ? ਤੇ ਬੱਚੇ ਉਹਦਾ ਮਤਲਬ ਇਹ ਆ ਕਿ ਜਿੱਦਾਂ ਹੀ ਕਰੰਟ ਪਾਸ ਹੋਇਆ, ਠੀਕ ਹੈ ਜੀ, ਇਹ 0 ਤੋਂ ਮੰਨ ਲਓ 3 ਐਂਪੀਅਰ ਤੇ ਗਿਆ, as soon as you switch off the current, ਜਿੱਦਾਂ ਹੀ ਸਰਕਟ ਚੋਂ ਕਰੰਟ ਮੈਂ ਸਵਿਚ ਆਫ ਕਰਾਂ, instantly without any delay of time, ਹਨਾ, ਇਹ ਇਮੀਡੀਏਟਲੀ 0 ਤੇ ਵਾਪਸ ਆ। ਮਤਲਬ ਅਸੀਂ ਕਹਿੰਦੇ at once ਕਹਿੰਦਾ ਜੀ coil deflected and return, ਠੀਕ ਹੈ, without any time delay। ਹੁਣ ਉਹ ਚ ਇੱਕ ਵਰਡ ਤਾਂ ਅਸੀਂ ਇਹ ਪਿੱਛੇ ਯੂਜ਼ ਕਰ ਲਿਆ ਕਿ ਵੀ ਤੁਸੀਂ ਆ ਸਪਰਿੰਗ ਜਿਹੜੀ ਸਸਪੈਂਡਿੰਗ ਵਾਇਰ ਆ ਉਹ ਫਾਸਫੋਰ ਬ੍ਰੌਂਜ਼ ਮਟੀਰੀਅਲ ਦੀ ਲੈਂਦੇ ਹੋ, ਤੇ ਦੂਜੇ ਪਾਸੇ ਅਸੀਂ ਇਹ ਕਹਿ ਦਿੰਨੇ ਕਿ ਜਿਹੜਾ ਆ ਰੈਕਟੈਂਗੂਲਰ ਫਰੇਮ ਹੋਏਗਾ, ਹਨਾ, ਇਹ ਵੀ ਅਸੀਂ ਐਸ ਐਚ ਇਸ ਵੇ ਨਾਲ ਲੈ ਲਾਂਗੇ, ਠੀਕ ਹੈ ਜੀ, ਇਸ ਮਟੀਰੀਅਲ ਦਾ ਲੈ ਲਾਂਗੇ ਜਿਹਦੇ ਨਾਲ ਤੁਹਾਡੀ ਕੋਇਲ ਦੀ ਡਿਫਲੈਕਸ਼ਨ ਜਿਹੜੀ ਆ ਉਹ ਇਨਸਟੈਂਟ ਹੋ ਜਾਵੇ। ਜਿੱਦਾਂ ਡਿਫਲੈਕਸ਼ਨ ਆਈ ਨਾਲ ਹੀ ਆਪਣੀ ਓਰੀਜਨਲ ਪੋਜੀਸ਼ਨ ਦੇ ਵਾਪਸ, ਆ ਕੋਇਲ ਹਿੱਲੀ ਨਾਲ ਹੀ ਵਾਪਸ। ਤੇ ਅਸੀਂ ਇਹਨੂੰ ਨਾਮ ਦਿੰਦੇ ਇੱਕ ਤਰ੍ਹਾਂ ਤੁਹਾਡਾ ਗਲਵੈਨੋਮੀਟਰ ਜਿਹੜਾ ਨਾ ਉਹ ਬੀਟ ਪ੍ਰੋਡਿਊਸ ਨਹੀਂ ਕਰ ਰਿਹਾ। ਬੀਟ ਦਾ ਮਤਲਬ ਆ ਕਿ ਆ ਡਿਫਲੈਕਸ਼ਨ ਇਹਨੂੰ ਬੀਟ ਕਿਹਾ ਵਾ, ਠੀਕ ਹੈ, ਗਿਆ ਨਾਲ ਹੀ ਵਾਪਸ, ਗਿਆ ਨਾਲ ਹੀ ਵਾਪਸ, ਮਤਲਬ ਕੋਈ ਵੀ ਟਾਈਮ ਡਿਲੇ ਨਾ ਆਵੇ। ਉਹਦੇ ਲਈ ਅਸੀਂ ਕੀ ਕਰਦੇ, ਇਸ ਫਰੇਮ ਨੂੰ ਚੇਂਜ ਕਰਕੇ ਅਸੀਂ ਕਹਿੰਦੇ ਜੀ ਇਹ ਮੇਰਾ ਐਸ ਸੱਚ ਮੈਟੈਲਿਕ ਫਰੇਮ ਰੱਖ ਦਵਾਂਗਾ। ਗੱਲ ਸਮਝ ਲਿਓ ਧਿਆਨ ਨਾਲ, ਚੌਥੇ ਯੂਨਿਟ ਚ ਦੁਬਾਰਾ ਗੱਲ ਕਰਾਂਗੇ। ਅਸੀਂ ਮੈਟੈਲਿਕ ਫਰੇਮ ਰੱਖ ਲਾਂਗੇ ਤੇ ਉਸ ਮੈਟੈਲਿਕ ਫਰੇਮ ਦੇ ਵਿੱਚ ਅਸੀਂ ਐਡੀ ਕਰੰਟ ਸੈਟਅਪ ਕਰਾਂਗੇ। ਮੈਂ ਇੱਕ ਵਰਡ ਐਡ ਕਰਕੇ ਗੱਲ ਛੱਡ ਦਵਾਂਗਾ, ਇਹਦੀ ਗੱਲ ਅੱਗੇ ਜਾ ਕੇ ਚੌਥੇ ਯੂਨਿਟ ਚ ਇੱਕ ਵਾਰੀ ਫਿਰ ਦੁਬਾਰਾ ਜੋੜਾਂਗਾ ਐਡੀ ਕਰੰਟ ਦੇ ਕਨਸੈਪਟ ਤੋਂ ਬਾਅਦ। ਅਸੀਂ ਕਹਿੰਦੇ ਜੀ ਇਹ ਫਰੇਮ ਅਸੀਂ ਇਸ ਵੇ ਨਾਲ ਰੱਖਾਂਗੇ, ਇਹ ਫਰੇਮ ਇਸ ਮਟੀਰੀਅਲ ਤੋਂ ਬਣਾਵਾਂਗਾ ਜਿਹਦੇ ਨਾਲ ਇਸ ਫਰੇਮ ਦੇ ਵਿੱਚ ਐਡੀ ਕਰੰਟ ਬਣ ਜਾ, ਇੰਡਿਊਸ ਕਰੰਟ ਬਣ ਜਾਵੇ। ਤੇ ਜਦੋਂ ਇਹਦੇ ਅੰਦਰ ਇੰਡਿਊਸ ਕਰੰਟ ਆਏਗਾ ਉਹ ਤੁਹਾਡੀ ਕੋਇਲ ਦੀ ਮੋਸ਼ਨ ਨੂੰ ਅਪੋਜ਼ ਕਰਦਾ, ਠੀਕ ਹੈ। ਉਹਦੇ ਨਾਲ ਕੀ ਹੁੰਦਾ ਉਹਦੀ ਗੱਲ ਹਜੇ ਲੋੜ ਨਹੀਂ, ਹਜੇ ਸਿਰਫ ਇੰਨੀ ਗੱਲ ਕਿ ਵੀ ਅਸੀਂ ਆਰਡੀਨਰੀ ਮੂਵਿੰਗ ਕੋਇਲ ਗਲਵੈਨੋਮੀਟਰ ਜਿਸ ਚ ਟਾਈਮ ਡਿਲੇ ਆ ਸਕਦਾ, ਇਹਦੇ ਟਾਈਮ ਡਿਲੇ ਨੂੰ ਖਤਮ ਕਰਨ ਵਾਸਤੇ ਅਸੀਂ ਇਹਨੂੰ ਡੈਡ ਬੀਟ ਗਲਵੈਨੋਮੀਟਰ ਚ ਕਨਵਰਟ ਕਰਦੇ ਹਾਂ। ਕਿਆ ਇੰਨੀ ਗੱਲ ਕਲੀਅਰ ਪਹਿਲੋਂ? Yes, sir. Yes, sir. ਇਸ ਡਿਵਾਈਸ ਦੇ ਅੰਦਰ ਅਸੀਂ ਦੋ ਤਰ੍ਹਾਂ ਦੀ ਸੈਂਸਿਟੀਵਿਟੀ ਦੀ ਗੱਲ ਕਰਦੇ ਹਾਂ ਬੇਟਾ। ਇੱਕ ਨੂੰ ਅਸੀਂ ਨਾਮ ਦਿੰਦੇ ਕਰੰਟ ਸੈਂਸਿਟੀਵਿਟੀ, ਇੱਕ ਨੂੰ ਅਸੀਂ ਨਾਮ ਦਿੰਦੇ ਵੋਲਟੇਜ ਸੈਂਸਿਟੀਵਿਟੀ। ਦੋਨੋਂ ਡੈਫੀਨੇਸ਼ਨਸ ਨੇ ਮੇਨ ਆਪਣੇ ਕੋਲ। ਇੱਕ ਟਰਮ ਆ ਗਈ ਕਰੰਟ ਸੈਂਸਿਟੀਵਿਟੀ। ਕਰੰਟ ਸੈਂਸਿਟੀਵਿਟੀ ਅਸੀਂ IS ਨਾਲ ਲਿਖਦੇ ਹਾਂ, ਠੀਕ ਹੈ। ਕਾਦੇ ਬਰਾਬਰ ਹੈ ਇਹ ਕੀ ਦੱਸਦੀ ਆ? ਉਹ ਕਹਿੰਦਾ ਜੀ ਇਟ ਇਜ਼ ਦ ਰੇਸ਼ੋ ਆਫ ਡਿਫਲੈਕਸ਼ਨ ਪ੍ਰੋਡਿਊਸਡ ਪਰ ਯੂਨਿਟ ਕਰੰਟ। ਤੁਹਾਡੀ ਕੋਇਲ ਦੀ ਕਿੰਨੀ ਡਿਫਲੈਕਸ਼ਨ ਆਈ ਤੇ ਉਹ ਚ ਕਰੰਟ ਉਦੋਂ ਕਿੰਨਾ ਪਾਸ ਹੋ ਰਿਹਾ ਸੀ, ਇਹਦੀ ਰੇਸ਼ੋ ਜਿਹੜੀ ਆ ਉਹਨੂੰ ਅਸੀਂ ਕਰੰਟ ਸੈਂਸਿਟੀਵਿਟੀ ਕਹਿ ਦਿੰਦੇ ਹਾਂ। ਇੰਨੀ ਗੱਲ ਕਲੀਅਰ ਆ? Yes, sir. Yes, sir. यूनिट डिफाइन करा एंगल डिफ्लेक्शन जी रेडियन आ गई, करंट एम्पीयर, रेडियन पर एम्पीयर का यूनिट आ जाएगा।
ठीक है, या ਅਸੀਂ ਕਹਿੰਦੇ ਨੇ ਡਿਵੀਜ਼ਨ ਪਰ ਐਂਪੀਅਰ। ਡਿਵੀਜ਼ਨ ਪਰ ਐਂਪੀਅਰ ਦਾ ਮਤਲਬ ਆਵਾ ਕਿ ਇਹ ਤੋਂ 0 ਤੋਂ ਲੈ ਕੇ 5 ਦੇ ਵਿੱਚ ਤੁਹਾਡੇ ਕੋਲ ਕਿੰਨੀਆਂ ਇੱਥੇ ਡਿਵੀਜ਼ਨਸ ਨੇ, ਹਨਾ, ਯਾਨੀ ਪਰ ਐਂਪੀਅਰ ਕਰੰਟ ਲਈ ਕਿੰਨੀਆਂ ਡਿਵੀਜ਼ਨ ਆ, ਉਹਦੀ ਰੇਸ਼ੋ ਨੂੰ ਅਸੀਂ ਕਰੰਟ ਸੈਂਸਿਟੀਵਿਟੀ ਕਹਿ ਦਿੰਦੇ ਆ। ਤੇ ਬੇਟਾ ਆਪਾਂ ਇੱਥੇ ਆ ਫਾਰਮੂਲਾ ਉਹਨੇ ਲਿਖਿਆ I ਦਾ k ਥੀਟਾ ਓਵਰ NAB, ਇਹਨੂੰ ਇੱਥੇ ਯੂਜ਼ ਕਰ ਲਓ ਤੇ देयरफॉर ਆਪਣੇ ਕੋਲ ਕਰੰਟ ਸੈਂਸਿਟੀਵਿਟੀ ਦੀ ਵੈਲਿਊ ਆ ਗਈ ਥੀਟਾ ਓਵਰ k ਥੀਟਾ ਓਵਰ NAB, ਇਹ ਚੋਂ ਥੀਟਾ ਕੈਂਸਲ ਤੇ ਕਰੰਟ ਸੈਂਸਿਟੀਵਿਟੀ ਦਾ ਫਾਰਮੂਲਾ ਆ ਜਾਏਗਾ NAB/K। ਕਲੀਅਰ ਹੈ ਜੀ ਇਹਨਾਂ? Yes, sir. Yes, Yes, sir. ਇਸੇ ਦੀ ਗੱਲ ਹਜੇ ਇੱਕ ਵਾਰੀ ਦੁਬਾਰਾ ਫੇਰ ਕਰਨੀ ਆ, ਲੇਕਿਨ ਨਾਲ ਹੀ ਇੱਕ ਦੂਜੀ ਸੈਂਸਿਟੀਵਿਟੀ that is called as the voltage sensitivity। voltage sensitivity Vs ਨਾਲ ਲਿਖ ਦਿੰਨੇ। it is the ratio of deflection produced per unit voltage। ਜਿਹੜੇ ਸਰਕਟ ਨਾਲ ਤੁਸੀਂ ਇਸ ਗਲਵੈਨੋਮੀਟਰ ਨੂੰ ਜੋੜਿਆ ਉਹ ਚ ਅਸੀਂ ਵੋਲਟੇਜ ਕਿੰਨੀ ਅਪਲਾਈ ਕੀਤੀ ਆ ਜਿਹਦੇ ਕਰਕੇ ਸਰਕਟ ਚ ਕਰੰਟ ਫਲੋ ਕਰਦਾ, ਤੇ ਇਥੋਂ V ਨੂੰ ਤੁਸੀਂ IR ਲਿਖ ਦਿਓ ਤੇ ਆ ਥੀਟਾ ਬਾਈ I ਮੇਰੇ ਕੋਲ ਜਿਹੜੀ ਆ ਇਹ ਮੇਰੀ ਕਰੰਟ ਸੈਂਸਿਟੀਵਿਟੀ ਆ। ਇਹ ਮਤਲਬ ਵੋਲਟੇਜ ਸੈਂਸਿਟੀਵਿਟੀ ਇਜ਼ ਦਾ ਰੇਸ਼ੋ ਆਫ ਕਰੰਟ ਸੈਂਸਿਟੀਵਿਟੀ ਬਾਈ R। ਕਲੀਅਰ ਆ? Yes, sir. Yes, sir. IS ਦਾ ਫਾਰਮੂਲਾ ਆਪਣੇ ਕੋਲ ਹੈਗਾ ਹੀ ਆ ਬੇਟਾ, ਡਿਵਾਈਡਡ ਬਾਈ R ਕਰ ਲਓ ਤੇ ਆਪਣੇ ਕੋਲ ਆ ਗਿਆ ਜੀ NAB/K into R। ਇਹ ਮੇਰੀ ਵੋਲਟੇਜ ਸੈਂਸਿਟੀਵਿਟੀ ਦੀ ਵੈਲਿਊ ਹੈ। ਕਲੀਅਰ ਹੋਈ ਨਹੀਂ ਗੱਲ? Yes, sir. Yes, sir. yes, sir. ਲਾਸਟ ਇਹਦੇ ਵਿੱਚ ਹੁਣ ਕੀ ਜੁੜਨ ਲੱਗਿਆ ਟੌਪਿਕ, ਇਹਦੇ ਨਾਲ ਹੀ ਕੰਟੀਨਿਊਟੀ ਚ ਹੀ ਆ, ਕੰਡੀਸ਼ਨ ਫॉर ਅ ਸੈਂਸਿਟਿਵ ਗਲਵੈਨੋਮੀਟਰ। ਕਹਿੰਦਾ ਜੀ ਕੰਡੀਸ਼ਨਸ ਕਿਹੜੀਆਂ ਕਿਹੜੀਆਂ ਨੇ ਜੇ ਗਲਵੈਨੋਮੀਟਰ ਨੂੰ ਅਸੀਂ ਸੈਂਸਿਟਿਵ ਬਣਾਉਣਾ ਵਾ ਤੇ ਕਿਹੜੀ ਕਿਹੜੀ ਕੰਡੀਸ਼ਨ ਆ। ਤੇ ਪੁੱਤ ਆਪਾਂ ਇਸੇ ਥਾਂ ਤੋਂ ਕੰਡੀਸ਼ਨ ਦੱਸ ਸਕਦੇ ਹੋ ਵਾਲੀਆਂ, ਠੀਕ ਆ। ਇਹ ਚੋਂ ਜੇ ਮੈਂ ਐਸਐਚ ਕਹਾਂ ਕਿ ਵੀ ਸੌਰੀ, ਜੇ ਇਤੋਂ ਹੀ ਆਪਾਂ ਕੰਡੀਸ਼ਨ ਬੋਲੀਏ ਕਿ ਡਿਵਾਈਸ ਨੂੰ ਸੈਂਸਿਟਿਵ ਬਣਾਉਣਾ ਹੈ ਨਾ, ਤੇ ਇਤੋਂ ਤੁਸੀਂ ਐਸਐਚ ਜਿਹੜਾ ਆ ਫਾਰਮੂਲਾ ਸੀਗਾ ਇਹ ਚੋਂ ਥੀਟਾ ਦਾ ਫਾਰਮੂਲਾ ਦੁਬਾਰਾ ਰੀਰਾਈਟ ਕਰ ਰਹੇ ਹਾਂ। ਵੀ ਨੋ ਦੈਟ ਥੀਟਾ ਇਕੁਅਲ ਟੂ, ਜੇ ਤੋਂ ਲਿਖ ਦਈਏ ਤਾਂ ਥੀਟਾ ਦਾ ਫਾਰਮੂਲਾ ਆ ਗਿਆ NAB/K into I। ਬੇਸ਼ੱਕ I ਵਾਲਾ ਫਾਰਮੂਲਾ ਇੱਕੋ ਚੀਜ਼ ਆ, ਕੁਝ ਨਹੀਂ ਫਰਕ ਹੋਏਗਾ, ਮੈਂ ਉਹੀ ਯੂਜ਼ ਕਰਨ ਲੱਗਿਆ ਜਿਹੜਾ ਬੁੱਕ 'ਚ ਤੁਹਾਨੂੰ ਮਿਲ ਜਾਏਗਾ। ਉਹ ਕਹਿੰਦਾ ਜੀ ਡਿਫਲੈਕਸ਼ਨ ਜਿਹੜੀ ਆ ਮੈਂ ਚਾਹੁੰਦਾ ਜ਼ਿਆਦਾ ਆਵੇ ਇਵਨ ਫॉर ਅ ਸਮਾਲ ਕਰੰਟ, ਮਤਲਬ ਕਰੰਟ ਦੀ ਗਿਵਨ ਵੈਲਿਊ ਆ, ਮਤਲਬ ਕਰੰਟ ਜੇ 2 ਐਂਪੀਅਰ ਆ ਤਾਂ ਕਰੰਟ 2 ਹੀ ਗਿਣਨਾ ਵਾ, ਤੇ ਉਸ ਕਰੰਟ ਵਾਸਤੇ ਡਿਫਲੈਕਸ਼ਨ ਥੋੜੀ ਤੇ ਡਿਫਲੈਕਸ਼ਨ ਜ਼ਿਆਦਾ ਕਿੱਦਾਂ ਲਿਆ ਸਕਦੇ। ਉਹ ਕਹਿੰਦਾ ਜੀ ਨੰਬਰ 1 ਨੰਬਰ ਆਫ ਟਰਨਸ ਤੇ ਡਿਪੈਂਡ ਕਰਾਂਗੇ, ਤੇ ਨੰਬਰ ਆਫ ਟਰਨਸ ਅਸੀਂ ਕਹਿੰਦੇ ਇੱਕ ਲਿਮਿਟ ਤੋਂ ਜ਼ਿਆਦਾ ਅਸੀਂ ਨਹੀਂ ਵਧਾ ਸਕਦੇ। ਉਹਦਾ ਕਾਰਨ ਇਹ ਹੋਏਗਾ ਕਿ ਜਿੰਨੇ ਮੈਂ ਨੰਬਰ ਆਫ ਟਰਨਸ ਵਧਾਵਾਂਗਾ, ਜਿੰਨੇ ਇਸ ਕੋਇਲ 'ਚ ਨੰਬਰ ਆਫ ਟਰਨਸ ਜਿੱਥੇ ਵਧਾਉਂਦਾ ਜਾਵਾਂਗਾ, ਕਰੰਟ ਨੂੰ ਉਨਾ ਹੀ ਲੌਂਗਰ ਪਾਥ ਫੋਲੋ ਕਰਨਾ ਪਏਗਾ। Yes, sir. Yes, sir. sir. ਮੈਂ ਇਹਦੇ ਉੱਤੇ 2 ਟਰਨ ਰੈਪ ਕਰਾਂ ਤੇ ਇਹਦੇ ਉੱਤੇ 200 ਟਰਨ ਰੈਪ ਕਰਾਂ ਤੇ 2 ਟਰਨ ਚੋਂ ਕਰੰਟ ਨਿਕਲ ਕੇ ਜਦੋਂ ਬਾਹਰ ਗਿਆ ਤੇ 200 ਟਰਨ ਚੋਂ ਜਦੋਂ ਨਿਕਲ ਕੇ ਕਰੰਟ ਬਾਹਰ ਜਾਣਾ, ਤੇ ਦੋਨਾਂ ਕੇਸਿਸ ਦੇ ਵਿੱਚ 200 ਟਰਨ ਵਾਲੇ ਕੇਸ ਦੇ ਅੰਦਰ ਕਰੰਟ ਨੂੰ ਲੌਂਗਰ ਪਾਥ ਫੋਲੋ ਕਰਨਾ ਪਏਗਾ। Yes, sir. Yes, sir. ਡਿਫਾਈਨ ਕੀਤਾ ਕਿ ਵੀ ਕਰੰਟ ਨੂੰ ਤੁਸੀਂ ਜਦੋਂ ਲੌਂਗਰ ਪਾਥ ਦੀ ਗੱਲ ਕਰਦੇ ਹੋ ਤਾਂ ਇਟ ਮੀਨਸ ਇੱਕ ਲਿਮਿਟ ਤੋਂ ਵੱਧ ਅਸੀਂ ਨੰਬਰ ਆਫ ਟਰਨਸ ਨਹੀਂ ਲੈ ਸਕਦੇ। ਏਰੀਆ ਆਫ ਦਾ ਕੋਇਲ, ਉਹ ਕਹਿੰਦਾ ਵੀ ਜਿਹੜੀ ਆ ਕੋਇਲ ਮੈਂ ਸਰਕਟ ਚਲਾਈ ਆ, ਗਲਵੈਨੋਮੀਟਰ ਜਿਹੜਾ ਏਡੇ ਕੇ ਸਾਈਜ਼ 'ਚ ਮੈਂ ਯੂਜ਼ ਕਰਦਾ ਉਹ 'ਚ ਕੋਇਲ ਲਾਈ ਆ, ਠੀਕ ਹੈ ਜੀ। ਤੇ ਜੇ ਮੈਂ ਇਹਦਾ ਏਰੀਆ ਇੰਨਾ ਰੱਖਣ ਦੀ ਥਾਂ ਤੇ ਆ ਏਡਾ ਏਰੀਆ ਰੱਖ ਦਵਾਂ ਹਨਾ, ਤੇ ਜੇ ਏਰੀਆ ਵਧਾਵਾਂਗਾ ਤੇ ਨੈਚੁਰਲ ਆ ਕਿ ਵੀ ਇਹਦੇ ਲਈ ਡਿਵਾਈਸ ਦਾ ਸਾਈਜ਼ ਵੀ ਬਲਕੀ ਹੁੰਦਾ ਜਾਊਗਾ। Yes, sir. Yes, sir. ਇਹਦਾ ਮਤਲਬ ਇਹ ਹੋ ਗਿਆ ਕਿ ਇੱਕ ਲਿਮਿਟ ਤੋਂ ਬਿਯੋਂਡ ਏਰੀਆ ਨਹੀਂ ਚੇਂਜ ਹੋ ਸਕਦਾ। ਥਰਡ ਮੈਗਨੈਟਿਕ ਫੀਲਡ, ਉੱਪਰ ਆਲਰੇਡੀ ਵਰਡ ਯੂਜ਼ ਕੀਤਾ ਕਿ ਤੁਸੀਂ ਰੇਡੀਅਲ ਮੈਗਨੈਟਿਕ ਫੀਲਡ ਵਰਤਦੇ ਪਏ ਹੋ, ਇਹ ਮਤਲਬ ਅਸੀਂ B ਨੂੰ ਤਾਂ ਪਹਿਲਾਂ ਹੀ ਮੈਕਸਿਮਾਈਜ਼ ਕੀਤਾ ਹੀ ਹੋਇਆ ਵਾ। ਇਹਦਾ ਮਤਲਬ ਹੋ ਗਿਆ B ਇੱਕ ਲਿਮਿਟ ਤੋਂ ਬਿਯੋਂਡ ਹੋਰ ਨਹੀਂ ਵਧਣਾ, B ਅਸੀਂ ਪਹਿਲੇ ਮੈਕਸਿਮਮ ਕਰ ਲਿਆ ਹੋਇਆ, I ਅਸੀਂ ਕਾਂਸਟੈਂਟ ਰੱਖਿਆ। ਉਹ ਕਹਿੰਦਾ ਫਿਰ ਡਿਫਲੈਕਸ਼ਨ ਇਨਵਰਸਲੀ ਟੂ K ਆ, ਤੇ K ਮੇਰੇ ਕੋਲ ਜਿਹੜਾ ਵਾ ਉਹ ਡਿਪੈਂਡ ਕਰਦਾ ਨੇਚਰ ਆਫ ਮਟੀਰੀਅਲ ਯੂਜ਼ਡ ਫॉर ਸਸਪੈਂਡਿੰਗ ਵਾਇਰ, ਯਾਨੀ ਸਸਪੈਂਸ਼ਨ ਜਿਹੜੀ ਬਣਾਈ ਆ, ਤੇ ਜਿਹੜਾ ਹੇਅਰ ਸਪਰਿੰਗ ਦਾ। ਤੇ ਉਹਦੇ ਲਈ ਅਸੀਂ ਆਲਰੇਡੀ ਸ਼ੁਰੂ ਚ ਗੱਲ ਇੱਕ ਕੀਤੀ ਸੀਗੀ ਕਿ ਜੇ ਡਿਵਾਈਸ ਦੀ ਤੁਸੀਂ ਬੈਟਰ ਕਹਿੰਦਾ ਜੀ ਐਸਐਚ ਯੂਜ਼ਰਸ ਲੈਣੀ ਆ ਤੇ ਉਹਦੇ ਲਈ ਮੈਨੂੰ ਐਸਐਚ ਡਿਫਲੈਕਸ਼ਨ ਲਾਰਜ ਚਾਹੀਦੀ ਤੇ K ਦੀ ਵੈਲਿਊ ਸਮਾਲ ਹੋਣੀ ਚਾਹੀਦੀ।
Imal, we have to prefer that material for suspension as well as for making the hair spring, for which the value of K should be very, very small. So we said phosphor bronze material is one of such material for which value of K is to be very, very small. क्या आज चारे फैक्टर क्लियर है जो दसदा पिया? Yes, sir. Yes, sir. यार सारे बोल को एक बारी इस हो रहे ਦੇ ਵਿੱਚ ਆਪਾਂ ਐਡ ਕਰਦੇ ਪਏ ਇਸੇ ਟੌਪਿਕ ਦੇ ਅੰਦਰ ਉਹ ਕਹਿੰਦਾ ਪੁੱਤ ਯੂਜ਼ਸ ਕੀ ਹੈਗਾ ਵਾ ਆਪਾਂ ਇਸ ਮੂਵਿੰਗ ਕੋਇਲ ਗੈਲਵੈਨੋਮੀਟਰ ਦੇ ਜੇ ਡਿਫਰੈਂਟ ਯੂਜ਼ਸ ਲਈਏ ਤੇ ਕਿਹੜੇ ਨੇ ਔਰ ਦੂਜੇ ਪਾਸੇ ਤੁਹਾਡੇ ਪ੍ਰੈਕਟੀਕਲ ਦੇ ਵਿੱਚ ਬੇਟਾ ਐਸ ਸੱਚ ਇੱਕ ਟੌਪਿਕ ਹੈਗਾ ਟੂ ਕਨਵਰਟ ਅ ਗੈਲਵੈਨੋਮੀਟਰ ਇਨਟੂ ਐਨ ਐਮੀਟਰ ਦੂਜਾ ਹੈਗਾ ਟੂ ਕਨਵਰਟ ਅ ਗੈਲਵੈਨੋਮੀਟਰ ਇਨਟੂ ਵੋਲਟਮੀਟਰ ठीक है वो दोनों टॉपिक आप हुन करन लगे और ये थोड़े प्रैक्टिकल च भी कवर्ड है ठीक है जी कहना टॉपिक और ये दोनों दे दोनों गैल्वेनोमीटर दे मेन यूजेस आ कहना वेयर वी कैन यूज द गैल्वेनोमीटर तो ਅਸੀਂ ਉਹਦੇ ਤਿੰਨ ਮੇਨ ਯੂਜ਼ ਦੱਸਦੇ ਆ ਨੰਬਰ 1 ਇੱਕ ਅਸੀਂ ਕਹਿੰਦੇ ਕਿ ਵੀ ਕਿਸੇ ਸਰਕਟ ਦੇ ਅੰਦਰ ਸਮਾਲ ਇਲੈਕਟ੍ਰਿਕ ਕਰੰਟ ਮੇਜਰ ਕਰਨਾ ਹੋਵੇ ਤੇ ਕਹਿੰਦਾ ਜੀ ਗੈਲਵੇਨੋਮੀਟਰ ਵਰਤਾਂਗੇ ਦੂਜਾ ਯੂਜ਼ ਅਸੀਂ ਦੱਸਦੇ ਹਾਂ ਕਿ ਜੇ ਗੈਲਵੇਨੋਮੀਟਰ ਨੂੰ ਤੁਸੀਂ ਵੋਲਟਮੀਟਰ ਚ ਬਦਲਣਾ ठीक है ਤੇ ਤਾਂ ਵੀ ਅਸੀਂ ਕਹਿੰਦਾ ਜੀ ਗੈਲਵੇਨੋਮੀਟਰ ਯੂਜ਼ ਕਰਦੇ ਇਦਾਂ ਹੀ ਐਮੀਟਰ ਚ ਬਦਲਣਾ ਉੱਥੇ ਵੀ ਯੂਜ਼ ਕਰਦੇ ਇੱਕ ਅਸੀਂ ਕੰਬਾਈਨ ਵਰਡ ਯੂਜ਼ ਕਰਦੇ ਆ ਉਹਨੂੰ ਅਸੀਂ ਨਾਮ ਦੇ ਦਿੰਦੇ ਏਵੀਓ ਮੀਟਰ ਏਵੀਓ ਠੀਕ ਆ ਏਵੀਓ ਮੀਟਰ ਬੇਸਿਕਲੀ ਕੰਬਾਈਨਡ ਵਰਡ ਆ ਐਮ ਮੀਟਰ ਵੋਲਟਮੀਟਰ ਤੇ ਓਮ ਮੀਟਰ ਵੋਲਟਮੀਟਰ ਐਮ ਮੀਟਰ ਤੇ ਓਮ ਰੈਜ਼ਿਸਟੈਂਸ ਲਈ ਆ ਗਿਆ वो कहता ये सारियां चीज़ां नूं कंबाइंड असीं मेजर करना होवे तां असीं गैल्वेनोमीटर दे नाल रेजिस्टेंस दा एक स्पैशल कॉम्बीनेशन जोड़ के ठीक है जी असीं गैल्वेनोमीटर नूं एबीओ मीटर दी फॉर्म च भी यूज करदे हां क्या इन्नी गल क्लियर होई Yes, Yes, sir. yes, sir. बड़े सिलेबस दे विच दो कन्वर्जन हैगियां कि गैल्वेनोमीटर नूं जदों एमीटर च ते गैल्वेनोमीटर नूं जदों वोल्टमीटर च बदलना किहड़े बिना बदलांगे ਉਹਲੇ ਕੀ ਕੰਬੀਨੇਸ਼ਨ ਬਣਨਾ ਉਹਨਾਂ ਚੋਂ ਪਹਿਲਾ ਲੈ ਰਹੇ ਹਾਂ ਠੀਕ ਹੈ ਇੱਕ ਵਰਡ ਪਹਿਲਾਂ ਸਮਝ ਲਿਓ ਠੀਕ ਹੈ ਫਿਰ ਉਸ ਟੌਪਿਕ ਦੀ ਗੱਲ ਕਰਨਾ ਆਪਾਂ ਤਿੰਨ ਡਿਵਾਈਸਿਸ ਦੇ ਬੇਟਾ ਮੇਨ ਨਾਮ ਲੈ ਕੇ ਚੱਲਦੇ ਪਏ ਹਾਂ ਇੱਕ ਹੈਗਾ ਉਹਨਾਂ ਚ ਮੇਰੇ ਕੋਲ ਜਿਹੜਾ ਐਮ ਮੀਟਰ ਇੱਕ ਹੈਗਾ ਮੇਰੇ ਕੋਲ ਵੋਲਟ ਮੀਟਰ ਇੱਕ ਹੈਗਾ ਗੈਲਵੇਨੋਮੀਟਰ ਜੇ ਮੈਂ ਤਿੰਨੇ ਆਈਡੀਅਲ ਡਿਵਾਈਸਿਸ ਲਵਾਂ ਨਾ ਤੇ ਜਿਹੜਾ ਆਈਡੀਅਲ ਐਮ ਮੀਟਰ ਆ ਇਸ ਦੀ ਰੈਜ਼ਿਸਟੈਂਸ ਹੁੰਦੀ 0 ਜੇ ਮੈਂ ਆਈਡੀਅਲ ਵੋਲਟਮੀਟਰ ਲਵਾਂ ਤੇ ਇਹਦੀ ਰੈਜ਼ਿਸਟੈਂਸ ਹੁੰਦੀ ਇਨਫਾਈਨਾਈਟ ਤੇ ਜਿਹੜਾ ਗੈਲਵੇਨੋਮੀਟਰ ਆ ਇਹਦੀ ਰੈਜ਼ਿਸਟੈਂਸ ਅਸੀਂ ਮੰਨਦੇ ਆ ਇੰਟਰਮੀਡੀਏਟ ਆ ਇਨੀ ਗੱਲ ਕਲੀਅਰ ਆ ਹਾਂਜੀ ਸਰ। Yes, sir. ਇਹਦਾ ਮਤਲਬ ਇਹ ਹੋ ਗਿਆ ਆਪਾਂ ਜੇ ਆਪਣੇ ਐਮ ਮੀਟਰ ਵੋਲਟ ਮੀਟਰ ਤੇ ਗੈਲਵੇਨੋਮੀਟਰ ਦੀ ਗੱਲ ਕਰੀਏ ਹੁਣ ਜੇ ਮੈਂ ਇਹ ਕਹਾਂ ਕਿ ਤੁਸੀਂ ਗੈਲਵੇਨੋਮੀਟਰ ਨੂੰ ਐਮ ਮੀਟਰ ਚ ਚੇਂਜ ਕਰ ਦਿਓ ਇਹਦਾ ਮੈਨੂੰ ਕੀ ਕਰਨਾ ਪਏਗਾ ਰੈਜ਼ਿਸਟੈਂਸ ਵਾਈਜ਼ ਜੇ ਮੈਂ ਸੋਚਾਂ ਕੀ ਕਰਨਾ ਪਏਗਾ ਅੱਗੇ ਨਾਲੋਂ ਰੈਜ਼ਿਸਟੈਂਸ ਹਿਮਾਂਸ਼ੂ ਵਧਾਵਾਂਗਾ ਘਟਾਣੀ ਆ ਕੀ ਕਰਨਾ ਆਪਾਂ ਚਾਹੁੰਦੇ ਹਿਮਾਂਸ਼ੂ ਆਪਾਂ ਗੈਲਵੇਨੋਮੀਟਰ ਨੂੰ ਐਮ ਮੀਟਰ ਚ ਬਦਲਣਾ ਚਾਹੁੰਦੇ ਆ ਇਹ ਮਤਲਬ ਮੈਂ ਓਵਰਆਲ ਅੱਗੇ ਨਾਲੋਂ ਰੈਜ਼ਿਸਟੈਂਸ ਨੂੰ ਕੀ ਕਰਨਾ ਚਾਹ ਰਿਹਾ सर कम करना चाहते हैं ਬਿਲਕੁਲ ਘਟਾਉਣਾ ਚਾਹ ਰਿਹਾ ਤੇ ਜੇ ਮੈਂ ਗੈਲਵੇਨੋਮੀਟਰ ਨੂੰ ਵੋਲਟਮੀਟਰ ਚ ਬਦਲਣਾ ਹੈ ਮਤਲਬ ਮੈਂ ਮੀਡੀਅਮ ਰੈਜ਼ਿਸਟੈਂਸ ਨੂੰ ਹਾਈ ਰੈਜ਼ਿਸਟੈਂਸ ਬਦਲਣਾ ਚਾਹ ਰਿਹਾ ਹੁਣ ਦੋ ਵਰਡ ਦਿਮਾਗ ਚ ਲਾਇਓ ਆਪਾਂ ਪੜ੍ਹੇ ਜੀ ਕਿ ਜੇ ਤੁਸੀਂ ਐਸਐਚ ਰੈਜ਼ਿਸਟੈਂਸ ਘਟਾਣੀ ਹੋਵੇ ਤੇ ਤੁਹਾਡੇ ਕੋਲ ਦੋ ਰੈਜ਼ਿਸਟੈਂਸ ਹੋਣ ਉਹਨਾਂ ਤੋਂ ਮੈਂ ਮਿਨੀਮਮ ਰੈਜ਼ਿਸਟੈਂਸ ਲੈਣੀ ਹੋਵੇ ਕਿੱਦਾਂ ਜੋੜਾਂਗਾ ਦੋਨਾਂ ਨੂੰ ਪੈਰਲਲ ਚ ਜੋੜ ਦਾਂਗਾ ਬਿਲਕੁਲ ਠੀਕ ਹੈ ਤੇ ਜੇ ਮੈਂ ਓਵਰਆਲ ਰੈਜ਼ਿਸਟੈਂਸ ਵਧਾਣੀ ਹੋਵੇ ਤੇ ਫਿਰ ਰੈਜ਼ਿਸਟਰ ਕਿੱਦਾਂ ਅਟੈਚ ਕਰਾਂਗੇ ਸੀਰੀਜ਼ ਚ ਕਰਾਂਗਾ ਨਾ ਇਹੀ ਬੇਟਾ ਦੋ ਵਰਡ ਆਪਣੇ ਮੇਨ ਉਹ ਕਹਿੰਦਾ ਜੀ ਇਫ ਯੂ ਵਾਂਟ ਟੂ ਕਨਵਰਟ ਅ ਗੈਲਵੇਨੋਮੀਟਰ ਇਨਟੂ ਐਨ ਐਮ ਮੀਟਰ ਠੀਕ ਹੈ ਤੇ ਯੂ ਵਿਲ ਹੈਵ ਟੂ ਰਿਡਿਊਸ ਦਾ ਰੈਜ਼ਿਸਟੈਂਸ ਹੁਣ ਕਿੱਦਾਂ ਕਰਾਂ ਗੱਲ ਸਮਝਿਓ ਧਿਆਨ ਨਾਲ ਜੇ ਮੰਨ ਲਓ ਮੇਰੇ ਕੋਲ ਗੈਲਵੇਨੋਮੀਟਰ ਦਿੱਤਾ ਹੋਇਆ ਇਹਦੀ ਆਪਣੀ ਰੈਜ਼ਿਸਟੈਂਸ 1000 ਓਮ ਆ ਇਹਦੀ ਆਪਣੀ ਰੈਜ਼ਿਸਟੈਂਸ 1000 ਓਮ ਆ ਠੀਕ ਹੈ ਤੇ ਜੇ ਮੈਂ 1000 ਓਮ ਰੈਜ਼ਿਸਟੈਂਸ ਨੂੰ ਆਲਮੋਸਟ 0 ਦੇ ਆਸ-ਪਾਸ ਲੈ ਕੇ ਜਾਣਾ ਮੰਨ ਲਓ ਮੈਂ 1 ਓਮ ਬਣਾਣੀ ਆ ਤੇ ਕਹਿੰਦਾ ਇਹਦੇ ਨਾਲ ਆਲਮੋਸਟ 1 ਓਮ ਦੀ ਰੈਜ਼ਿਸਟੈਂਸ ਪੈਰਲਲ ਚਲਾ ਦਿਓ
ਜੇ ਮੈਂ ਇਹਦੇ ਨਾਲ 1 ਓਮ ਦੀ ਰੈਜ਼ਿਸਟੈਂਸ ਪੈਰਲਲ ਚ ਅਟੈਚ ਕਰ ਦਵਾਂ ਤੇ ਇਹਦੀ ਪੁੱਤ ਓਵਰਆਲ ਜਿਹੜੀ ਰੈਜ਼ਿਸਟੈਂਸ ਆ ਉਹ ਕਿੰਨੀ ਆ ਜਾਊਗੀ? ਮੇਰੇ ਕੋਲ ਉਹਨੇ 4 MCQ ਦੇ ਇੱਥੇ ਆਨਸਰ ਦਿੱਤੇ। ਪਹਿਲਾ ਆਨਸਰ ਉਹਨੇ ਦੇ ਦਿੱਤਾ ਕਿ ਓਵਰਆਲ 1001 ਆ ਗਈ। ਦੂਜਾ ਆਨਸਰ ਉਹਨੇ ਦੇ ਦਿੱਤਾ ਕਿ ਓਵਰਆਲ ਜਿਹੜੀ ਰੈਜ਼ਿਸਟੈਂਸ ਆ ਉਹ ਮੇਰੇ ਕੋਲ 1010 ਆ ਗਈ। ਤੀਜਾ ਉਹਨੇ ਦੇ ਦਿੱਤਾ ਕਿ ਰੈਜ਼ਿਸਟੈਂਸ ਜਿਹੜੀ ਲੈਸ ਦੈਨ 1 ਓਮ ਆ ਗਈ। ਤੇ ਚੌਥਾ ਉਹਨੇ ਲਿਖ ਦਿੱਤਾ ਨਨ ਆਫ ਥੀਸ। ਆਪਾਂ ਇਹਨਾਂ ਚਾਰਾਂ ਵਿੱਚੋਂ ਕਿਹੜੀ ਆਪਸ਼ਨ ਲੈ ਕੇ ਚੱਲ ਸਕਦੇ ਹਾਂ? less than 1 sir। ਇੱਕ ਜਾਣਾ ਬੋਲਿਆ ਤੇ ਮੈਂ ਐਕਸਪੈਕਟ ਕਰ ਰਿਹਾ ਸੀ ਇੰਨੀ ਦੇਰ ਤਾਂ ਸਾਰੇ ਬੋਲ ਜਾਓਗੇ। ਇੱਕ ਲਾਈਨ ਅਸੀਂ ਬਾਰ-ਬਾਰ ਯੂਜ਼ ਕੀਤੀ ਆ ਜਦੋਂ ਪੈਰਲਲ ਚ ਰੈਜ਼ਿਸਟਰ ਲਗਾਉਂਦੇ ਆ ਤੇ ਜਿਹੜੀ ਓਵਰਆਲ ਇਕੁਇਵਲੈਂਟ ਰੈਜ਼ਿਸਟੈਂਸ ਆਂਦੀ ਇਟ ਇਜ਼ ਆਲਵੇਜ਼ ਲੈਸਰ ਦੈਨ ਦਾ ਲੋਐਸਟ ਵੈਲਿਊ। ਜਿਹੜੀਆਂ ਦੋ ਤੁਸੀਂ ਜੋੜੀਆਂ ਇਹਨਾਂ ਦੋਨਾਂ ਦੇ ਵਿੱਚੋਂ ਜਿਹੜੀ ਸਭ ਤੋਂ ਲੋਐਸਟ ਵੈਲਿਊ ਦੀ ਰੈਜ਼ਿਸਟੈਂਸ ਆ ਇਹਨਾਂ ਦੀ ਇਕੁਇਵਲੈਂਟ ਰੈਜ਼ਿਸਟੈਂਸ ਉਸ ਲੋਐਸਟ ਵੈਲਿਊ ਤੋਂ ਵੀ ਘੱਟ ਆਣੀ ਹੈ। ਇਹਦੀ ਜਿਹੜੀ ਓਵਰਆਲ ਵੈਲਿਊ ਆਏਗੀ ਉਹ ਹਮੇਸ਼ਾ ਮੇਰੇ ਕੋਲ ਇਸ ਵੇਲੇ 1 ਓਮ ਤੋਂ ਵੀ ਛੋਟੀ ਆਣੀ ਆ। ਕੀ ਆ ਗੱਲ ਸਮਝ ਲੱਗਦੀ ਪਈ? Yes, sir. Yes, sir. ਜਦੋਂ ਪੈਰਲਲ ਚ ਅਟੈਚ ਕਰਦੇ ਹੋ R ਦਾ ਫਾਰਮੂਲਾ ਲਿਖੀਦਾ R1 R2 ਓਵਰ R1 plus R2 ਤੇ ਜੇ ਨੂੰ ਮੈਂ ਸੋਲਵ ਕਰਾਂ ਇਹ ਵੈਲਿਊ ਬਣ ਗਈ 1000 into 1 over 1000 plus 1 ਯਾਨੀ R ਆ ਗਿਆ 1000 over 1001 ਤੇ ਆ ਵੈਲਿਊ 1 ਤੋਂ ਛੋਟੀ ਬਣੂਗੀ। Yes, sir. Yes, sir. ਹੁਣ ਸੁਣੋ ਗੱਲ ਧਿਆਨ ਨਾਲ। ਇਹਦਾ ਮਤਲਬ ਗੈਲਵੈਨੋਮੀਟਰ ਜਿੰਨੀ ਵੀ ਰੈਜ਼ਿਸਟੈਂਸ ਦਾ ਹੋਏਗਾ ਜੇ ਤੁਸੀਂ ਐਮੀਟਰ ਬਹੁਤ ਲੋ ਰੇਂਜ ਦਾ ਬਣਾਣਾ ਮਤਲਬ ਉਹਨਾਂ ਤੁਸੀਂ ਬਹੁਤ ਹੀ ਐਸ ਛੋਟਾ ਕਰੰਟ ਵੀ ਮੇਜਰ ਕਰਾਣਾ ਤੇ ਉਹਦੀ ਰੈਜ਼ਿਸਟੈਂਸ ਨੂੰ ਰਿਡਿਊਸ ਕਰਨ ਲਈ ਹਮੇਸ਼ਾ ਇੱਕ ਬਹੁਤ ਲੋ ਵੈਲਿਊ ਦੀ ਰੈਜ਼ਿਸਟਰ ਉਹਨਾਂ ਅਸੀਂ ਪੈਰਲਲ ਚ ਜੋੜਦੇ ਆ। ਤੇ ਲਾਈਨ ਸਮਝ ਲਿਓ ਧਿਆਨ ਨਾਲ, ਤੁਹਾਡੇ ਸਮਝਣ ਵਾਲਾ ਵਰਡ। ਜਿਹੜੀ ਲੋ ਵੈਲਿਊ ਰੈਜ਼ਿਸਟੈਂਸ ਅਸੀਂ ਗੈਲਵੈਨੋਮੀਟਰ ਦੇ ਨਾਲ ਪੈਰਲਲ ਚ ਜੋੜਾਂਗੇ ਇਸ ਰੈਜ਼ਿਸਟੈਂਸ ਨੂੰ ਅਸੀਂ ਨਾਮ ਦਿੰਨੇ ਕਿ that is called as a shunt। ਇੱਕ ਵਰਡ ਯੂਜ਼ ਕਰਦਾ ਪਿਆ ਸ਼ੰਟ। ਇਹ ਆਪਣਾ ਟੌਪਿਕ ਦੀ ਆ, ਠੀਕ ਹੈ ਜੀ। ਸ਼ੰਟ ਕੀ ਹੁੰਦੀ ਆ? ਤੇ ਸ਼ੰਟ is a low resistance device which is always connected in parallel। ਇਹ ਵਰਡ ਇੰਪੋਰਟੈਂਟ ਆ। ਸ਼ੰਟ ਸੀਰੀਜ਼ ਚਲਾਏ ਦਾ ਕੋਈ ਫਾਇਦਾ ਨਹੀਂ। ਜੇ 1000 ਓਮ ਦਾ ਗੈਲਵੈਨੋਮੀਟਰ ਹੋਵੇ, ਠੀਕ ਹੈ, ਜੇ 1000 ਓਮ ਦਾ ਗੈਲਵੈਨੋਮੀਟਰ ਹੋਵੇ ਇਹਨਾਂ ਮੈਂ 1 ਓਮ ਸੀਰੀਜ਼ ਚ ਲਾ ਵੀ ਦਵਾਂ ਟੋਟਲ ਵੈਲਿਊ ਕਿੰਨੀ ਬਣੀ? 1001. 1001 ਤੇ 1001 ਤੇ 1000 ਆਲਮੋਸਟ ਸੇਮ ਹੀ ਆ। ਇਹਦਾ ਮਤਲਬ 1 ਓਮ ਨੂੰ ਇਹਦੇ ਸੀਰੀਜ਼ ਚ ਜੋੜੇ ਦਾ ਕੋਈ ਫਾਇਦਾ ਨਹੀਂ। ਇਹ ਮਤਲਬ ਜੇ ਸ਼ੰਟ ਨੂੰ ਮੈਂ ਸੀਰੀਜ਼ ਚ ਜੋੜ ਵੀ ਦਵਾਂ ਗੈਲਵੈਨੋਮੀਟਰ ਨਾਲ ਤੇ ਓਵਰਆਲ ਜਿਹੜੀ ਰੈਜ਼ਿਸਟੈਂਸ ਇਹਨਾਂ ਦੋਨਾਂ ਨੂੰ ਮਿਲਾ ਕੇ ਆਈ ਆ ਉਹਦੇ ਵਿੱਚ ਆਲਮੋਸਟ ਉਹ ਵੈਲਿਊ ਗੈਲਵੈਨੋਮੀਟਰ ਦੇ ਬਰਾਬਰ ਹੀ ਆ ਜਿੰਨੀ ਇਹਦੀ ਰੈਜ਼ਿਸਟੈਂਸ ਆ ਪੂਰੇ ਸਰਕਟ ਦੀ ਵੀ ਉਨੀ। ਇਸ ਲਈ ਸ਼ੰਟ ਕਦੀ ਵੀ ਪੈਰਲਲ ਆਪਾਂ ਸੀਰੀਜ਼ ਚ ਅਟੈਚ ਨਹੀਂ ਕਰਦੇ। ਇਹ ਵਰਡ ਪਹਿਲਾਂ ਸਮਝ ਲੱਗਿਆ? Yes, sir. Yes, sir. ਚਲੋ ਹਜੇ ਸਿਰਫ ਪਹਿਲਾਂ ਬਰੀਫ ਆਈਡੀਆ ਦਿੰਨਾ ਪਿਆ, ਉਹਨਾਂ ਨੂੰ ਸਮਝ ਲਿਓ ਫਿਰ ਟੌਪਿਕ ਕਰਾਉਂਗਾ। ਦੂਜਾ ਹੁਣ ਜੇ ਆਪਾਂ ਗੈਲਵੈਨੋਮੀਟਰ ਨੂੰ ਵੋਲਟਮੀਟਰ ਚ ਬਦਲਣਾ ਵਾ, ਹੁਣ ਗੈਲਵੈਨੋਮੀਟਰ ਹੈਗਾ 1000 ਓਮ ਦਾ ਤੇ ਜੇ ਮੈਂ ਇਹਨੂੰ ਵੋਲਟਮੀਟਰ ਚ ਬਦਲਣਾ ਮੈਨੂੰ ਰੈਜ਼ਿਸਟੈਂਸ 1000 ਤੋਂ ਇਨਫਿਨਿਟੀ ਦੇ ਆਸ-ਪਾਸ ਚਾਹੀਦੀ ਆ। ਇਹ ਮਤਲਬ ਇੱਕ ਬਹੁਤ ਹਾਈ ਵੈਲਿਊ ਰੈਜ਼ਿਸਟਰ ਜੇ ਤੁਸੀਂ ਗੈਲਵੈਨੋਮੀਟਰ ਦੇ ਨਾਲ ਸੀਰੀਜ਼ ਚ ਜੋੜ ਦੋਗੇ ਤੇ ਫਿਰ ਉਸ ਮੂਮੈਂਟ ਤੇ ਓਵਰਆਲ ਸਰਕਟ ਦੀ ਰੈਜ਼ਿਸਟੈਂਸ ਬਹੁਤ ਜ਼ਿਆਦਾ ਵੱਧ ਜਾਊਗੀ। Yes, sir. ਹੁਣ ਇੱਥੇ ਮੈਂ ਕਹਾਂ ਜੀ ਜੇ ਸ਼ੰਟ ਦੀ ਵੈਲਿਊ ਮੈਂ ਇੱਥੇ 10000 ਓਮ ਲਿਖ ਦਵਾਂ ਕਿ ਵੀ ਮੇਰੇ ਕੋਲ ਇੱਥੇ ਜਿਹੜੀ ਸ਼ੰਟ ਲੱਗੀ ਉਹ 10000 ਓਮ ਦੀ ਆ। ਹੁਣ ਓਵਰਆਲ ਰੈਜ਼ਿਸਟੈਂਸ ਵੱਧ ਗਈ ਪਰ ਮੈਂ ਇੱਕ ਵਰਡ ਗਲਤ ਯੂਜ਼ ਕੀਤਾ ਸ਼ੰਟ। ਇੱਥੇ ਸ਼ੰਟ ਨਹੀਂ ਹੋ ਸਕਦਾ ਇਹਦਾ ਨਾਮ। ਐਸ ਸਿੰਬਲ ਤਾਂ ਕਿਸੇ ਦੇ ਵੀ ਹੋ ਜਾਏਗਾ ਪਰ ਇਸ ਵੇਲੇ ਇੱਥੇ ਐਸ ਨੂੰ ਸ਼ੰਟ ਨਹੀਂ ਕਹਿ ਸਕਦਾ ਕਿਉਂਕਿ ਸ਼ੰਟ ਵਰਡ ਯੂਜ਼ ਉਦੋਂ ਹੁੰਦਾ ਕਿ ਜਦੋਂ ਉਹ ਸ਼ੰਟ ਅਸੀਂ ਮਤਲਬ ਇਦਾਂ ਕਹੀਏ ਤੇ ਉਸ ਇਨਸਟਰੂਮੈਂਟ ਨੂੰ ਜਾਂ ਉਸ ਡਿਵਾਈਸ ਨੂੰ ਕਹਿੰਦੇ ਆ ਜਿਹਦੀ ਆਪਣੀ ਰੈਜ਼ਿਸਟੈਂਸ ਬਹੁਤ ਲੋ ਹੁੰਦੀ ਹੈ। ਇਹਦਾ ਮਤਲਬ ਹੋ ਗਿਆ ਇਹ ਐਸ ਰੈਜ਼ਿਸਟੈਂਸ ਦਾ ਨਾਮ ਤਾਂ ਦੇ ਸਕਦੇ ਪਰ ਇਹਨੂੰ ਮੈਂ ਸ਼ੰਟ ਨਹੀਂ ਕਹਿ ਸਕਦਾ। ਤੇ ਜੇ ਮੈਂ ਐਸ ਸੱਚ ਗੈਲਵੈਨੋਮੀਟਰ ਨੂੰ ਵੋਲਟਮੀਟਰ ਚ ਬਦਲਣਾ ਤੇ ਉਸ ਗੈਲਵੈਨੋਮੀਟਰ ਨੇ ਇੱਕ ਹਾਈ ਵੈਲਿਊ ਰੈਜ਼ਿਸਟਰ ਜਿਹੜੀ ਆ ਉਹ ਸੀਰੀਜ਼ ਚ ਜੋੜ ਦਵਾਂਗੇ ਫਿਰ ਓਵਰਆਲ ਜਿਹੜਾ ਵਾ ਉਹ ਐਸ ਸੱਚ ਮੇਰੇ ਕੋਲ ਗੈਲਵੈਨੋਮੀਟਰ ਵੋਲਟਮੀਟਰ ਚ ਕਨਵਰਟ ਕੀਤਾ ਜਾ ਸਕਦਾ। ਕੀ ਆ ਜਨਰਲ ਡਿਸਕਸ਼ਨ ਕਲੀਅਰ ਹੈ ਜੋ ਦੱਸਦਾ ਪਿਆ? Yes, sir. Thank you, sir. Yes, sir.
Yes, sir. ਟੌਪਿਕ ਇੱਥੇ ਰੋਕਾਂਗੇ, ਕੱਲ ਇੱਥੋਂ ਕੰਟੀਨਿਊ